वाहिगुरु जी का खालसा वाहिगुरु जी की फतेह। सतगुरां दी अमृतमई गोद विच शाम के दीवाना विच जुड़ बैठी गुरु रूप गुरु खालसा सत संगत जीओ। अज भी सुभाग प्राप्त होया है सत्संग दीयां घड़ियां दा। आओ इस समय नूं सफला बनाइए। कल शाम के प्रकरणा विच आप जी ने सरवण कीता। गुरु नानक साहब सच्चे पातशाह जी की हजूरी विच भाई झंडा गाड़ी जी भोजन लेके आए ने। 5 हिस्सियां विच भोजन वंडिया गया। एक हिस्सा भाई मरदाना जी को छकाया गया। सुभाविक रसना तो सतगुरां ने वचन किया, इंद्र सैन जी को साडे पास लेके आओ। भाई झंडा जी बुलाउण वास्ते गए ने। बाग विच बैठियां नूं सतगुरां दा सुनेहा दिता। बड़े प्यार विच गुरु चरनां च नमस्कार करके बैठ गए। सुख सांद दोने तरफों तो पूछी गई। इंद्र सैन जी आखन लगे, संत जी अजे सानू पूरा गुरु नहीं मिलिया। जे सानू पूरा गुरु मिल जाए, उपदेश दे के तार दवे, असी आपा ही समर्पित कर देंगे। जे तुसी समर्थ हो, तुहाडे पास ज्ञान है, तां सानू उपदेश बख्शियो। इन्हां सारे प्रकरणां नूं आप जी ने विस्तार सहित सरवण कीता है। आओ कुछ समा मन चित बिरतियां नूं एकाग्र चित बनाइए। सांझ पाओ प्रेम दी गज वज के आखो जी सतनाम श्री सतनाम श्री गुरु साहिब जी। सुन कर बिन दीन दुख गंजन, बोले हेत भगत ब्रह्म पंजन। जिस वेले गुरु नानक साहब जी दे पास झंडा बाढ़ी ते उन्हां दे साथी इंद्र सैन सतगुरां दा चेहरा वेख, उन्हां दा प्रताप वेख प्रभावित होके आखन लगे, महापुरखो किरपा करके सानू उपदेश बख्शिश करो। गुरु नानक साहब महाराज कहते, भाई उपदेश तां कमाया जांदा जे उपदेश देण वाले नूं कुछ दिता जावे। मुफ्त विच मिली हुई चीज असीं कदे कदर नहीं कर सकते। मुल दे के खरीदी हुई दवाई भी मनुख सोचता क्यों सुटनी है। मुफ्त विच मिलियां दवाइयां नूं भी कोई घर विच संभालदा नहीं। ये ते फिर रब दी गल है। सतगुर कहते, भाई मुफ्त विच नाम नहीं मिलना, मुफ्त विच ज्ञान भी नहीं मिलना। ज्ञान तुहानू बख्श देंगे, पर इस ज्ञान के बदले सानू भी तो कुछ चाहिए। एक परख है भी भांडा कच्चा या पक्का। गुरु नानक साहब महाराज कहते, ज्ञान प्राप्त हो जाएगा, पर ज्ञान प्राप्त करना सौखा नहीं, कुछ खोना पैंदा है। ज्ञान नंद में चहो जे मगना, निज स्वरूप की लिव को लगना। जे अपनी लिव दी, अपनी सुरत दी लिव लाउणी चाहुंदे हो ना,
ਗਿਆਨ ਆਨੰਦ ਵਿੱਚ ਸਮਾਉਣਾ ਚਾਹੁੰਦੇ ਹੋ, ਕਿਉਂਕਿ ਗਿਆਨ ਆਨੰਦ ਉਹਨੂੰ ਕਹਿੰਦੇ ਆ ਜਿੱਥੇ ਰੱਬ ਅਤੇ ਮੈਂ ਇੱਕ ਹੋ ਗਏ। ਤੂੰ ਅਤੇ ਮੈਂ ਜਿੱਥੇ ਭੁੱਲ ਗਈ ਉਹਨੂੰ ਪਰਮਾਤਮਾ ਕਹਿੰਦੇ ਆ, ਉਹਨੂੰ ਕਹਿੰਦੇ ਗਿਆਨ ਆਨੰਦ। ਆ ਜਿੱਥੇ ਜਿਹੜੇ ਚ ਆਪਾਂ ਜੀ ਰਹੇ ਆ ਇਹ ਆ ਵਿਸ਼ਿਆਨੰਦ। ਵਿਸ਼ਿਆਨੰਦ ਵਿੱਚ ਖਾਣਾ ਪੀਣਾ ਚੰਗਾ ਲੱਗਦਾ, ਮਿੱਤਰ ਦੋਸਤ ਧਨ ਦੌਲਤ ਪਦਾਰਥ ਸਾਰਾ ਕੁਝ ਹੀ ਜੱਜਦਾ, ਪਰ ਜਿਸ ਦਿਨ ਗਿਆਨ ਦਾ ਆਨੰਦ ਆ ਗਿਆ ਉਸ ਦਿਨ ਇਹ ਵਿਸ਼ਿਆਨੰਦ ਨਹੀਂ ਪਾਉਣਾ। ਸਤਿਗੁਰ ਕਹਿੰਦੇ ਭਾਈ ਗਿਆਨ ਦਾ ਆਨੰਦ ਬੜਾ ਘਣਾ ਹੈ, ਜਿਸ ਆਨੰਦ ਲਈ ਕੁਝ ਗਵਾਉਣਾ ਪਏਗਾ। ਬਾਣੀ ਸਪਸ਼ਟ ਲਿਖਦੀ ਹੈ, ਆਪ ਗਵਾਈਐ ਤਾਂ ਸਭੋ ਪਾਈਐ। ਵੀ ਜੇ ਆਪਾਂ ਗਵਾਏਗਾ ਤੈਨੂੰ 100 ਸੱਜਣ ਤਾਂ ਮਿਲਣਾ। ਸੀ ਤੇ ਤਗੜੇ ਆ, ਸੇਵਕ ਵੀ ਗੁਰੂ ਦੇ ਬਣੇ ਆ ਤੇ ਹਉਮੈ ਵੀ ਗੋਡੇ ਗੋਡੇ ਆ। ਸਤਿਨਾਮ ਦੋਨੇ ਚੀਜ਼ਾਂ ਚੰਗੀ ਵਰਤੇ। ਪਰ ਜਿਹਦੇ ਕੋਲੇ ਨਾਮ ਹੈ ਉਹਦੇ ਕੋਲ ਹਉਮੈ ਨਹੀਂ, ਜਿਹਦੇ ਕੋਲ ਹਉਮੈ ਉੱਥੇ ਨਾਮ ਹੀ ਕਦੇ ਨਹੀਂ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਸੁਣ ਕੇ ਉਹ ਸੋਚਣ ਲੱਗ ਪਏ, ਐਸਾ ਕੀ ਸੌਂਪ ਦਈਏ। ਪ੍ਰੇਮ ਦੀ ਨਿਸ਼ਾਨੀ ਹੈ, ਜੋ ਤੁਹਾਡੇ ਕੋਲ ਸਭ ਤੋਂ ਵੱਧ ਕੀਮਤੀ ਹੈ, ਸਭ ਤੋਂ ਵੱਧ ਪਿਆਰਾ ਹੈ, ਉਹੀ ਸੌਂਪਿਆ ਜਾਂਦਾ ਏ। ਓ ਪ੍ਰਥਮੈ ਗੁਰ ਦਰਸ਼ਨ ਦੀਜੈ, ਪਾਛੈ ਸਰਵਨ ਗਿਆਨ ਕੋ ਕੀਜੈ। ਭਾਈ ਝੰਡਾ ਜੀ ਕਹਿੰਦੇ ਪਾਤਸ਼ਾਹ ਮੰਗ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਲੈਣਾ ਜਗ ਦੇ ਪਦਾਰਥਾਂ, ਉਹ ਤੇ ਆਪ ਪਰਮਾਤਮਾ ਨੇ ਸਭ ਕੁਝ ਛੱਡ ਕੇ ਆਏ ਨੇ। ਕਹਿੰਦੇ ਮਹਾਰਾਜ ਮੰਗੋ। ਸਤਿਗੁਰ ਕਹਿੰਦੇ ਅਸੀਂ ਕੀ ਲੈਣਾ, ਤੁਸੀਂ ਜੋ ਭੇਟਾ ਕਰਨਾ ਚਾਹੁੰਦੇ ਹੋ ਉਹ ਦਿਓ। ਜੋ ਤੁਹਾਡੇ ਕੋਲ ਸਭ ਤੋਂ ਵੱਧ ਹੈ, ਸਭ ਤੋਂ ਵੱਧ ਕੀਮਤੀ ਹੈ, ਜਿਹਦੇ ਬਿਨਾਂ ਤੁਹਾਡਾ ਸਰਦਾ ਨਹੀਂ। ਮਰਦ ਕਹਿੰਦੇ ਜੇ ਪਹਿਲ ਤੁਸੀਂ ਕਰੋਗੇ ਫਿਰ ਵਾਰੀ ਸਾਡੀ ਆਏਗੀ, ਕਿਉਂਕਿ ਤੁਸੀਂ ਆਪਣੀ ਕੀਮਤੀ ਚੀਜ਼ ਲੁਕੋ ਲਓ ਤੇ ਫਿਰ ਤੁਸੀਂ ਆਖੋ ਵੀ ਸਾਨੂੰ ਪਿਆਰ ਨਹੀਂ ਮਿਲਿਆ, ਪ੍ਰੇਮ ਨਹੀਂ ਮਿਲਿਆ, ਰੱਬ ਨਹੀਂ ਮਿਲਿਆ। ਕਿਵੇਂ ਮਿਲੇਗਾ? ਰੱਬ ਕੋਲੋਂ ਮਾਇਆ ਲੁਕੋ ਕੇ ਰੱਖੀ, ਰੱਬ ਤੋਂ ਪਦਾਰਥ ਲੁਕੋ ਕੇ ਰੱਖੇ ਤੇ ਆਖਿਆ ਮਹਾਰਾਜ ਤੂੰ ਮੇਰਾ ਮੈਂ ਤੇਰਾ। ਪਰ ਅੰਦਰ ਜਿਹੜਾ ਕੱਟ ਚੱਲਦਾ ਹੈ, ਅੰਦਰ ਜਿਹੜਾ ਭਰਮ ਚੱਲਦਾ, ਉਹ ਤੇ ਪਰਮਾਤਮਾ ਵੇਖ ਹੀ ਰਿਹਾ ਨਾ ਵੀ ਮੇਰੀਆਂ ਦਿੱਤੀਆਂ ਚੀਜ਼ਾਂ ਮੇਰੇ ਤੋਂ ਲੁਕਾ ਲੁਕਾ ਕੇ ਬੜਾ ਸਿਆਣਾ ਬਣਦਾ ਹੁੰਦਾ। ਤਾਂ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਸੱਚੇ ਪਾਤਸ਼ਾਹ ਜੋ ਕਹਿ ਰਹੇ ਨੇ ਉਹ ਕਿਹੜੀ ਬਿਰਤੀ ਨਾਲ ਕਹਿ ਰਹੇ। ਮੰਗਿਆ ਉਹਨਾਂ ਨੇ ਕੁਛ, ਜਦੋਂ ਵੇਖਦੇ ਆ ਉਹ ਤੇ ਅਤੀਤ ਨੇ, ਵੈਰਾਗੀ ਨੇ, ਸਾਧੂ ਨੇ, ਉਹਨਾਂ ਨੇ ਪਦਾਰਥਾਂ ਤੋਂ ਕੀ ਲੈਣਾ ਹੈ। ਪਰ ਉਹ ਕਹਿੰਦੇ ਜੋ ਤੁਹਾਡੇ ਕੋਲ ਸਭ ਤੋਂ ਵੱਧ ਕੀਮਤੀ ਹੈ, ਸਭ ਤੋਂ ਵੱਧ ਕਰੀਬ ਹੈ, ਉਹ ਦੇ ਦਿਓ। ਭਾਈ ਝੰਡਾ ਕਹਿੰਦੇ ਪਾਤਸ਼ਾਹ ਤੁਸੀਂ ਮੰਗ ਲਓ। ਗੁਰੂ ਸਾਹਿਬ ਕਹਿੰਦੇ ਨਹੀਂ, ਤੁਸੀਂ ਆਪਣੀ ਕੀਮਤੀ ਵਸਤੂ ਦੇ ਦਿਓ, ਅਸੀਂ ਤੁਹਾਨੂੰ ਕੀਮਤੀ ਗਿਆਨ ਦੇ ਦਿਓ। ਇਹ ਚੀਜ਼ਾਂ ਮੁੱਲ ਮਿਲਦੀਆਂ ਨਹੀਂ। ਲਖਨੋ ਜਗਤ ਸਤ ਸਭ ਸਾਰੋ, ਜਾਂ ਤੇ ਸਭ ਹਮ ਕੋ ਡਾਰੋ। ਦੋਨਾਂ ਨੂੰ ਸਮਝ ਨਾ ਆਵੇ, ਗੁਰੂ ਨੂੰ ਸੌਂਪੀਏ ਵੀ। ਚਲਾਕੀ ਥੋੜਾ ਇੱਥੇ ਕੋਈ ਕਰ ਰਹੇ ਨੇ ਵੀ ਆਹ ਦੇ ਦਈਏ, ਆਹ ਚੀਜ਼ ਨਾ ਦਈਏ, ਆਹ ਲੁਕੋ ਲਈਏ। ਸੋਚਦੇ ਵੀ ਕੀ ਭੇਟਾ ਕੀਤਾ ਜਾਏ ਸੰਤਾਂ। ਫਿਰ ਮਰਦ ਨੇ ਉਹਨਾਂ ਦਾ ਕੰਮ ਸੌਖਾ ਕਰਤਾ। ਗੁਰੂ ਸਾਹਿਬ ਕਹਿੰਦੇ ਦੁਨੀਆ ਨੂੰ ਸੱਚੀ ਜਾਣਦੇ ਹੋ ਜਾਂ ਝੂਠੀ? ਕਹਿੰਦੇ ਮਰਦ ਦੁਨੀਆ ਤੇ ਸਾਡੇ ਲਈ ਅਸੱਤ ਹੈ, ਮਤਲਬ ਸੱਤ ਨਹੀਂ ਝੂਠ ਹੈ। ਵੀ ਜੋ ਦਿਸਦਾ ਏ ਇਹ ਸੱਚ ਨਹੀਂ ਹੈ, ਇੱਕ ਸੁਪਨਾ ਹੈ। ਸਤ ਵਿਚਾਰ ਵਿਰਾਗ ਜਿਆਹੀ, ਆਦ ਉਦਾਰ ਸੁਗੁਣ ਜਿਸ ਮਾਹੀ। ਮਰਦ ਕਹਿੰਦੇ ਭਾਈ ਜੇ ਦੁਨੀਆ ਝੂਠੀ ਹੈ, ਸੰਸਾਰ ਨਾਸ਼ ਬੰਤ ਹੈ, ਫਿਰ ਗਿਆਨ ਤੇ ਸੱਚਾ ਹੈ ਨਾ, ਵਿਚਾਰ ਵੀ ਸੱਚੇ। ਜੇ ਸੱਚ ਗ੍ਰਹਿਣ ਕਰਨਾ ਹੈ ਤੇ ਕੱਚ ਛੱਡਣਾ ਪੈਣਾ, ਜੇ ਸੱਚ ਦਾ ਪੱਲਾ ਫੜਨਾ ਹੈ ਤੇ ਝੂਠ ਤਿਆਗਣਾ ਪੈਣਾ। ਕਹਿੰਦੇ ਜੀ ਸਤਿਗੁਰ ਕਹਿੰਦੇ ਦੁਨਿਆਵੀ ਚੀਜ਼ਾਂ ਤੁਹਾਡੇ ਨਾਲ ਕੀ ਕੀ ਜੁੜੀਆਂ ਨੇ। ਹੁਣ ਦੁਨਿਆਵੀ ਤਾਣੇ ਬਾਣੇ ਸਾਡੇ ਨਾਲ ਸਾਰੇ ਜੁੜੇ ਐ, ਉਦੋਂ ਹੀ ਮੁੱਕਦੇ ਜਿੱਦਣ ਬੰਦਾ ਮਰ ਜਾਵੇ। ਜਿਉਂਦਾ ਭਾਵੇਂ ਮੰਜੇ ਤੇ ਪਿਆ, ਮਾਇਆ ਖੜਾ ਨਹੀਂ ਛੱਡਦੀ। ਮਾਇਆ ਕੀ ਹੈ? ਭਰਮ ਦਾ ਜਾਲ। ਧੀ ਪੁੱਤ, ਪਤਨੀ, ਪਰਿਵਾਰ, ਮਿੱਤਰ, ਦੋਸਤ, ਤੇਰਾ ਮੇਰਾ, ਆਪਣਾ ਬਗਾਨਾ, ਇੱਜ਼ਤ ਬੇਇੱਜ਼ਤੀ, ਇਹ ਕੀ ਮਾਇਆ ਹੈ। ਜਿੱਦਣ ਸਾਹ ਮੁੱਕਦਾ ਨਾ ਉਸੇ ਦਿਨ ਸਾਰੀ ਚਿੰਤਾ ਮੁੱਕਦੀ ਹੈ। ਜਿਉਂਦਾ ਜੀ ਬੰਦਾ ਚਿੰਤਾ ਦੀ ਪੰਡ ਸਿਰ ਤੇ ਰੱਖ ਕੇ ਮੰਜੇ ਤੇ ਵੀ ਪਿਆ ਰਹਿੰਦਾ।
चिंता सिर्फ चिता में जाके मुकती। चिता जिदन शरीर मुक गया ना उदन साह आ जाता भी चलो करजे खत्म, अपने खत्म, बेगाने खत्म, धी पुत खत्म, माँ बाप खत्म, है की कोल रूह है, शरीर भी खत्म। सतगुर कहते कीमती तुहाडा की है। हुण कीमती साधुआं वास्ते कुछ भी नहीं, पर दुनियावी तौर पर घर बार कीमती है, बच्चे परिवार कीमती है दुनियावी पद्धर ते, पर संतां महापुरखां नूं ये चीज़ां कदे भी पाउंदियां नहीं। सतगुर कहते भाई जे समाज ते जमाना असत है, झूठ है, फिर इनू त्याग देवो। आको सहज स्वाभाविक ज्ञाना व्यावत है आनंद महाना। मर्द कहते सौखा जा ज्ञान है, झूठियां चीज़ां सानू दे दिओ, ज्ञान ही मन च एक बार भी भरम नहीं आया भी किहो जे साधु ने साडे तो मंगते आ समान ते सानू कहते ज्ञान ले लो। अज दे समय यही देखा जाता, हर धर्म च इक्को ही रौला है, माया छड्डो, माया छड्डो। कदे किसी संत ने, कदे किसी साध ने, कदे किसी फकीर कथावाचक ने ये कहा भी मैं अज तो अपना प्लाट छड्डदा, अपनी कोठी छड्डदा, अपनी सुख सहूलतां छड्डदा ते अपनी जमीन जायदाद छड्डदा। नहीं, लोकां नूं कहणगे माया छड्डो, माया छड्डो। भी बाबा तूं की छड्डिया? तू ते लोकां दीयां जेबां छड्डियां, दुनिया नूं कहना माया छड्ड दे। हुण इत्थे गुरु नानक साहिब महाराज ने कह दिता, कहंदे छड्ड दिओ। हुण जे वो अपने वर्गे हुंदे उहने कहना सी बाबा सानू कहंदे सारा कुछ छड्ड दिओ, फिर तुसीं की कराउणा नाम साडा छड्डिया, जे तुसीं इकट्ठा कर लिया तुहाडे कोल किहड़ा ज्ञान है? पर नहीं, यही ते वेखना गुरु साहब महाराज कहंदे झूठियां चीज़ां दे नाल सच्चियां दा कदे मोह नहीं हुंदा। जिन में यह गुण पाजत नाही, चाहे कि ज्ञान होए और माही। सतगुर कहते जिन्हां कोल त्याग नहीं उन्हां कोल कदे भी ज्ञान नहीं हो सकता। अजमा लिओ जिंदगी दे विच ज्ञान प्राप्त करन लई त्याग बहुत जरूरी है। जे कोई बंदा कहंदा ना मेरी संथਿਆ शुद्ध हो जे, मेरा पाठ शुद्ध हो जे, मेरे कोल बंदगी आ जाए, मेरे कोल भगती आ जाए, उन्होंने घर परिवार कुछ देर लई छड्डना पैंदा तां सिੱਖੂਗਾ। जे किसी ने कमाई करनी है, घर का मोह छड्ड के घरों निकलना पैना, रुखी मिस्सी खानी पैनी है, तां तरक्की करूगा ना। हुण घरे बैठा रहे, माता की गोदी च उठे ही ना, बाहर जावे ही ना, तो उन्हें की तरक्की करनी है? सतगुर कहते सीधी गल है, त्याग करो, कुछ छड्डो तां कुछ मिलना है। सच तां मिलूगा जे झूठ निकलूगा। भांडे च पहली वस्तु डोलनी पैनी है, दूजी तां पैनी है। तुसीं एक बर्तन पानी नाल भरिया, आखो मैनू पानी होर पा दे, जे किसी ने पा भी दिता तो डुलना शुरू हो जाना, उछल जाएगा, पहला खाली करना। सतगुर कहते पहला त्याग रखो, छड्डो सारा कुछ, फिर ज्ञान अंदर आएगा, हिरदे विच समाएगा। इनको करनो लखो आकारथ, सदही लंपट जगत पदार्थ। गुरु जी कहते आ जग दे पदार्थ ने जिहड़े ये लंपट हन, लंपट तो भाव खैड़ा नहीं छड्डदे। जग दे पदार्थ घर दुनिया साडी अपनी रिश्तेदारी, माया दौलत शौहरत, कोठियां बंगले जो भी उन्हां समयां दीयां गड्डियां ते अज दीयां गड्डियां ये छड्ड दो। कहते जी सत बचन मर्द कहते ज्ञान लैण आए, इन्हां चीज़ां विच रह के थोड़ा ज्ञान रह जाऊगा। हुण मैं वरतां बहुतियां महंगियां चीज़ां पावां ब्रांड ते लोकां नूं कहां नाम जपो बंदगी करो, हो जूगी। ਜਿਹਦਾ अपना मन कपड़ियां 'ਚ भटकिया फिरदा है, अपना मन पदार्थां दे पिछे दौड़िया फिरदा है, विदेशां दी यात्रा पिछे दौड़िया फिरदा है, वो बंदा कदे भगती ना कर सकदा ना करा सकदा। लिखा लो ਜਿਹਦਾ मन ही उचाट होया फिरदा जमाने दे पदार्थां पिछे, वो की भगती करदा। गुरु साहब कहंदे छड्डो। भाई चंडा जी कहंदे महाराज मैं ते छड्डदा। इंद्र साहब नूं पुछया कहंदे तू भी त्याग दे, कहंदा महाराज झूठियां चीज़ां सारियां छड्डियां, इन्हां विचों मेरा कुछ नहीं। भांति तुमरो परखन करके, बहोरो दे उपदेश विचर के। गुरु साहब कहते ते परख रहे हैं तुहानू, असीं उपदेश वेखांगे तुहाडे पल्ले पै सकदा, किते पछतावा ते नहीं हुंदा सौदा खरीद के। कुछ चीज़ खरीद के बाद जो होवे पछतावा, खरीदण दा आनंद नहीं आउंदा, स्वाद भी चलिया जांदा।
ਤੁਸੀਂ ਕਿਸੇ ਬਾਜ਼ਾਰ 'ਚ ਮਾਲ ਵਿੱਚ ਗਏ, ਚੀਜ਼ ਬਹੁਤ ਸੋਹਣੀ ਲੱਗੀ, ਲੈ ਲਈ, ਘਰੇ ਆ ਕੇ ਸੋਚੀ ਗਏ ਆਨਲਾਈਨ ਲੈ ਲੈਂਦੇ, ਸਸਤੀ ਮਿਲਦੀ, ਮਹੀਨਾ 2 ਮਹੀਨਾ ਰੁਕ ਜਾਂਦੇ, ਫੇਰ ਲੈ ਲੈਂਦੇ, ਕੋਈ ਗਿਫਟ ਕਰ ਦਿੰਦਾ। ਹੁਣ ਕੀ ਹੈ, ਉਹ ਦੁੱਖਦਾਈ ਹੈ, ਵੇਖੋਗੇ ਦੁੱਖ ਦਏਗੀ। ਇਸੇ ਕਰਕੇ ਸਿਆਣੇ ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੈ। ਜ਼ਿੰਦਗੀ 'ਚ ਆਪਣੇ ਲਈ ਕਮਾਇਆ, ਆਪਣੇ ਲਈ ਖਾਣਾ ਹੈ, ਛੱਡ ਕੇ ਕਿਤੇ ਨਹੀਂ ਜਾਣਾ। ਜੋ ਜੀ ਕਰਦਾ ਉਹ ਖਰੀਦ ਲਓ, ਜੋ ਜੀ ਕਰਦਾ ਪਾ ਲਓ, ਮਰੀਏ ਨਾ ਤੜਫ ਤੜਫ ਕੇ, ਸੋਚ ਸੋਚ ਕੇ। ਕਿਉਂਕਿ ਜੇ ਬੰਦਾ ਆਪਣੇ ਆਪ ਲਈ ਨਹੀਂ ਖਰਚ ਸਕਦਾ, ਕਿੱਥੋਂ ਦਾਨ ਕਰ ਸਕਦਾ? ਧਰਮ ਕਹਿੰਦਾ ਹੈ ਜਿਸ ਬੰਦੇ ਨੇ ਆਪਣੇ ਆਪ ਤੇ ਕਦੇ ਚਵਾਨੀ ਨਹੀਂ ਖਰਚੀ, ਤੇ ਜੇ ਤੁਸੀਂ ਕਹੋ ਵੀ ਉਹ ਲੱਖਾਂ ਦਾ ਦਾਨ ਕਰ ਦੂ, ਕਰ ਸਕਦਾ ਹੋ? ਗਰੀਬ ਨੂੰ ਰੋਟੀ ਖਵਾ ਕੇ ਵੀ 20 ਵਾਰ ਸੁਣਾਏਗਾ, ਫਲਾਣਿਆ ਤੈਨੂੰ ਮਟਰ ਪਨੀਰ ਖਵਾਇਆ ਸੀ, ਯਾਦ ਹੈ, ਤੈਨੂੰ ਆਹ ਖਵਾਇਆ ਸੀ। ਦਾਨੀ ਨਹੀਂ ਨਾ ਹੋ ਸਕਦਾ, ਲਾਲਚੀ ਹੋ ਸਕਦਾ। ਸਤਿਗੁਰ ਕਹਿੰਦੇ ਆਪਣੇ ਗਿਆਨ ਲਈ ਛੱਡੋ ਤੇ ਸਹੀ। ਚੱਡਾ ਜੀ ਕਹਿੰਦੇ ਮਰਦ ਮੈਂ ਘਰ ਛੱਡਤਾ ਜੀ, ਸਮਾਜ ਛੱਡਤਾ, ਕਾਹਦੇ ਲਈ? ਉਪਦੇਸ਼ ਲਈ, ਗਿਆਨ ਲਈ, ਰੱਬ ਲਈ। ਸਤਿਗੁਰ ਕਹਿੰਦੇ ਇੰਦਰ ਸੈਨ ਤੁਸੀਂ, ਕਹਿੰਦੇ ਬਾਬਾ ਜੀ ਮੈਂ ਵੀ ਅਸਤ ਚੀਜ਼ਾਂ ਛੱਡ ਦਿੱਤੀਆਂ। ਅਸਤ ਮਤਲਬ ਝੂਠੀ ਦਾ। ਦੁਨੀਆ ਦੇ ਸਾਰੇ ਰਿਸ਼ਤੇ ਝੂਠੇ ਆ। ਕੌਣ ਕਹਿੰਦਾ ਮਾਂ ਦਾ ਰਿਸ਼ਤਾ ਸੱਚਾ, ਪਿਓ ਦਾ ਰਿਸ਼ਤਾ ਸੱਚਾ, ਭੈਣ ਭਰਾ ਦਾ ਰਿਸ਼ਤਾ ਸੱਚਾ? ਰਿਸ਼ਤਾ ਸੱਚਾ ਕਿਹੜਾ ਹੈ? ਹਰ ਰਿਸ਼ਤਾ ਇੱਕ ਦੂਜੇ ਤੋਂ ਚੀਟ ਕਰਦਾ ਹੈ, ਹਰ ਰਿਸ਼ਤਾ ਇੱਕ ਦੂਜੇ ਨਾਲ ਚਲਾਕੀ ਖੇਡਦਾ ਹੈ। ਜਦੋਂ ਤੱਕ ਸਾਡੀਆਂ ਲੋੜਾਂ ਪੂਰੀਆਂ ਹੋ ਰਹੀਆਂ, ਉਦੋਂ ਸਾਰੇ ਰਿਸ਼ਤੇ ਜਿੰਦਾਬਾਦ। ਰਿਸ਼ਤੇ 'ਚ ਲੋੜਾਂ ਮੁੱਕ ਗਈਆਂ, ਮਾਇਆ ਨਿਕਲ ਗਈ, ਤੁਹਾਡੀ ਕੁਛ ਪ੍ਰਤੀਤ ਨਿਕਲ ਗਈ, ਰਿਸ਼ਤਾ ਜ਼ੀਰੋ ਹੋ ਜਾਏਗਾ, ਕੁਛ ਵੀ ਨਹੀਂ ਹੈ। ਇੱਥੇ ਭਰਾ ਭਰਾ ਨਾਲ ਨਹੀਂ ਬੋਲਦੇ ਰਹਿੰਦੇ, ਇੱਕ ਦੂਜੇ ਦੇ ਨੇੜੇ ਆ, ਪਰ ਹੋਣਾ ਨਾ ਹੋਣਾ ਇੱਕ ਬਰਾਬਰ ਹੈ। ਭੈਣਾਂ ਦੀ ਸਾਰੀ ਜ਼ਿੰਦਗੀ ਕਈ ਵਾਰ ਨਹੀਂ ਬਣਦੀ, ਮਾਪਿਆਂ ਦੀ ਧੀ ਪੁੱਤਾਂ ਨਾਲ ਕਈ ਵਾਰ ਨਹੀਂ ਬਣਦੀ ਹੈ, ਤੇ ਰਿਸ਼ਤੇਦਾਰ ਨੇ, ਮਾਂ ਨੇ ਪੇਟੋ ਜੰਮੇ ਪੁੱਤ, ਪਰ ਬੁਲਾਉਂਦੇ ਵੀ ਰੋਟੀ ਨਹੀਂ ਦਿੰਦੇ। ਕੀ ਕਰੋਗੇ ਰਿਸ਼ਤੇ? ਰਿਸ਼ਤੇ ਸਿਰਫ ਲੋੜਾਂ ਦੇ ਨੇ, ਪਦਾਰਥਾਂ ਦੇ ਨੇ, ਸਵਾਰਥਾਂ ਦੇ ਨੇ, ਤੋਂ ਬਾਅਦ ਕੁਛ ਨਹੀਂ ਹੈ। ਮਰਦ ਕਹਿੰਦੇ ਛੱਡ ਦਿਓ। ਭਾਈ ਝੰਡਾ ਜੀ ਕਹਿੰਦੇ ਮਰਦ ਮੈਂ ਆਪਣੀ ਪਤਨੀ, ਆਪਣੇ ਬੱਚੇ, ਆਪਣਾ ਪਰਿਵਾਰ, ਧਨ ਦੌਲਤ, ਜੋ ਕੁਝ ਮੇਰੇ ਪਾਸ ਹੈ, ਸਭ ਕੁਝ ਤੁਹਾਨੂੰ ਸੌਂਪ ਦਿੱਤਾ ਏ। ਉਹ ਉਧਾਰ ਤੁਦੀ ਜੈ ਸਭ ਹੀ, ਹੈ ਵਹਿ ਗਿਆਨ ਪ੍ਰਾਪਤ ਤਬ ਹੀ। ਮਰਦ ਕਹਿੰਦੇ ਹੋਰ ਵੀ ਕੁਝ ਰਹਿ ਗਿਆ, ਉਹ ਵੀ ਸਾਨੂੰ ਸੌਂਪ ਦਿਓ। ਕੱਲ ਇਹ ਨਾ ਹੋਵੇ ਕੁਝ ਰੱਖ ਲਿਆ, ਕੁਝ ਲੁਕੋ ਲਿਆ। ਕੁਝ ਪ੍ਰਾਪਤ ਕਰਨ ਲਈ ਕੁਝ ਖੋਣਾ ਪੈਂਦਾ, ਗਵਾਉਣਾ ਪੈਂਦਾ। ਭਾਈ ਝੰਡਾ ਜੀ ਨੇ ਨਹੀਂ ਸੋਚਿਆ ਮੈਂ ਪਰਿਵਾਰ ਗਵਾ ਲਿਆ ਰੱਬ ਲਈ, ਗਿਆਨ ਲਈ। ਇੰਦਰ ਸੈਨ ਕਹਿੰਦੇ ਮਰਦ ਫਿਰ ਮੈਂ ਵੀ ਸਾਰਾ ਕੁਝ ਦੇਗਾ, ਮੈਂ ਵੀ ਕੁਝ ਨਹੀਂ ਰੱਖਿਆ। ਦੇਖਾ ਦੇਖੀ ਨਹੀਂ, ਗੁਰੂ ਸਾਹਿਬ ਨੇ ਪਹਿਲਾਂ ਕਿਹਾ, ਵੇਖੀ ਕਿਤੇ ਝੰਡੇ ਨੂੰ ਵੇਖ ਕੇ ਤੂੰ ਆਖੇ ਮਰਦ ਮੈਂ ਵੀ ਪਰਿਵਾਰ ਦੇਤਾ, ਉੱਠ ਕੇ ਆਵੇਂ ਬਾਅਦ ਚੋਂ ਵੀ ਲੈ ਇਹ ਕਾਹਦੇ ਸਾਧੂ ਨੇ ਜਿਹੜੇ ਸਾਡੇ ਪਰਿਵਾਰ ਤੇ ਕਬਜ਼ਾ ਕਰਕੇ ਬੈਠੇ। ਇਹ ਨਹੀਂ ਨਾ ਹੋਣਾ। ਜੋ ਦੇਣਾ ਹੈ ਆਪਣੀ ਖੁਸ਼ੀ ਨਾਲ ਦੇਣਾ ਹੈ। ਗੁਰੂ ਸਾਹਿਬ ਨੇ ਕਿਹੜਾ ਕਿਹਾ ਆਪਣਾ ਪਰਿਵਾਰ ਦਿਓ, ਧਨ ਦੌਲਤ, ਸਵਾਰਥ ਦੇ ਦਿਓ, ਪਦਾਰਥ ਦੇ ਦਿਓ, ਕੁਛ ਨਹੀਂ ਹੋ ਗਿਆ। ਉਹ ਕਹਿੰਦੇ ਜਿਹੜੀਆਂ ਚੀਜ਼ਾਂ ਝੂਠੀਆਂ ਛੱਡ ਦਿਓ। ਜੋ ਛੱਡ ਦਿੱਤਾ ਉਹ ਕਦੇ ਮੇਰਾ ਥੋੜੀ ਹੁੰਦਾ। ਜੋ ਚੀਜ਼ ਤਿਆਗ ਦਿੱਤੀ, ਤੁਸੀਂ ਕੋਈ ਕੋਠੀ ਆਪਣਾ ਘਰ ਵੇਚਤਾ, 20 ਸਾਲੋਂ 'ਚ ਰਹੇ, ਹੁਣ ਤੁਸੀਂ ਜਾ ਕੇ ਟੈਂਟ ਲਾ ਕੇ ਬਹਿ ਜਾਓ ਜੀ ਸਾਡੇ ਤੇ ਬੱਚੇ ਇੱਥੇ ਹੋਏ ਸੀ, ਸਾਡੇ ਤੇ ਛੋਟੇ ਮੁੰਡੇ ਦੀਆਂ ਯਾਦਾਂ ਇਸ ਘਰ ਨਾਲ ਜੁੜੀਆਂ। ਅਗਲਾ ਕਹਿੰਦਾ ਅੱਗੇ ਲੱਗੋ ਵਿਗਿਆ ਹੋਇਆ ਇਹ ਮਾਲਕ ਨਹੀਂ ਹੈ, ਤੂੰ ਇਹਦਾ ਮੋਹ ਖਤਮ ਉਸੇ। ਜਿੱਦਣ ਮਾਇਆ ਜੇਬ 'ਚ ਆ ਗਈ, ਕੋਠੀ ਹੁਣ ਕਿਸੇ ਦੀ ਹੈ, ਜ਼ਮੀਨ ਹੁਣ ਕਿਸੇ ਦੀ ਹੈ। ਹਲ ਚੱਲਦਿਆਂ ਦੁੱਖ ਨਹੀਂ ਲੱਗਦਾ, ਪਤਾ ਮੈਂ ਪੈਸੇ ਲਏ ਹੋਏ ਆ, ਛੱਡਤਾ ਨਾ। ਸਤਿਗੁਰ ਕਹਿੰਦੇ ਏਦਾਂ ਛੱਡ ਦਿਓ। ਕਹਿੰਦੇ ਮਰਦ ਸਭ ਕੁਝ ਛੱਡਦਾ। ਗਰੀਬਨਵਾਦ ਕਹਿੰਦੇ ਘਰ, ਕਹਿੰਦੇ ਉਹ ਵੀ ਤੇਰਾ। ਪਰਿਵਾਰ ਕਹਿੰਦੇ ਸਤਿਗੁਰੂ ਉਹ ਵੀ ਤੁਹਾਡਾ। ਦੇਖਾ ਦੇਖੀ ਨਹੀਂ, ਆਪਣੇ ਮਨ ਨਾਲ, ਆਪਣੀ ਖੁਸ਼ੀ ਨਾਲ ਤਿਆਗਿਆ ਏ। ਕਹਿਣ ਲੱਗੇ ਹਮਰਾ ਤਨ ਤਨ, ਸਦਨ ਸਹਿਤ ਤੁਮ ਚਰਨ ਚੜਾਨਾ। ਗਰੀਬਨਵਾਜ ਕਹਿੰਦੇ ਭਾਈ ਜੱਗ ਦੇ ਪਦਾਰਥਾਂ ਵਿੱਚ ਤੇ ਤੁਹਾਡਾ ਸਰੀਰ ਵੀ ਆ ਗਿਆ। ਜੇ ਪਤੀ ਪਤਨੀ, ਬੱਚੇ, ਪਰਿਵਾਰ, ਮਿੱਤਰ, ਦੋਸਤ, ਧਨ ਦੌਲਤ, ਸਭ ਕੁਝ ਝੂਠ ਹੈ। ਝੂਠਾ ਤੇ ਸਰੀਰ ਵੀ ਹੈ। ਕਹਿੰਦੇ ਮਰਦ ਇਹ ਸਭ ਕੁਝ ਤੁਹਾਡਾ ਹੋ ਗਿਆ। ਜਦੋਂ ਇਹ ਸਾਡਾ ਸਰੀਰ ਤੁਹਾਡਾ ਹੈ, ਘਰ ਸਾਡਾ ਤੁਹਾਡਾ ਹੈ, ਮਾਇਆ ਸਾਡੀ ਉਹ ਵੀ ਅੱਜ ਤੋਂ ਤੁਹਾਡੀ ਹੈ। ਅਸੀਂ ਉਸ ਨੂੰ ਘਰ 'ਚ ਨਹੀਂ ਵੜ ਸਕਦੇ ਕਿਉਂਕਿ ਮਾਲਕ ਨਹੀਂ ਹੈ। ਉਹ ਤੇ ਗੁਰੂ ਨਾਨਕ ਦਾ ਘਰ ਹੋ ਗਿਆ, ਉਹ ਤੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੋ ਗਿਆ। ਪਾਤਸ਼ਾਹ ਆਪਣੀ ਖੁਸ਼ੀ ਦੇ ਨਾਲ ਆਪਣਾ ਸਰੀਰ, ਘਰ ਪਰਿਵਾਰ ਛੱਡ ਦਿੱਤਾ ਏ। ਹਮਨੇ ਗ੍ਰਹਿਣ ਕਰੇ ਅਬ ਕੋ, ਦੋ ਸਰਬੰਸੋ ਤੋ ਦਿਵਸੋ। ਕਹਿੰਦੇ
ਮਹਾਰਾਜ ਹੁਣੇ ਅਸੀਂ ਇਹਦੇ ਵਿੱਚ ਕੁਝ ਵੀ ਗ੍ਰਹਿਣ ਨਹੀਂ ਕਰਨਾ, ਮੁੜ ਕੇ ਜੇ ਤੁਸੀਂ ਕਹੋ ਨਾ ਰੱਖ ਲਓ, ਅਸੀਂ ਫਿਰ ਵੀ ਨਹੀਂ ਰੱਖਣਾ। ਅਸੀਂ ਤੇ ਤੁਹਾਨੂੰ ਆਪਣਾ ਸਰਬੰਸ ਦੇਤਾ। ਸਰਬੰਸ ਕੀ ਨੂੰ ਪਰਿਵਾਰ ਨੂੰ ਕਹਿੰਦੇ, ਨਹੀਂ, ਸਰਬ ਪਲੱਸ ਅੰਸ਼, ਘਰ ਦੀ ਇੱਕ ਸੂਈ ਵੀ ਨਾ ਰੱਖੀ, ਉਹ ਵੀ ਭੇਟਾ ਚੜ੍ਹਦੀ। ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਬੰਸ ਵਾਰਿਆ। ਸਰਬੰਸ ਦਾ ਭਾਵ ਕੀ ਵੀ 4 ਪੁੱਤ, ਮਾਤਾ ਪਿਤਾ ਨਹੀਂ, ਉਹਨਾਂ ਆਪਣੇ ਰਾਜ ਤਖਤ ਅਨੰਦਪੁਰ ਦਾ ਰਾਜ, ਜਾਨੋਂ ਪਿਆਰੇ ਸਿੰਘ, ਜਾਨ ਤੋਂ ਪਿਆਰਾ ਪਰਿਵਾਰ, ਖਜ਼ਾਨਾ ਸਭ ਕੁਝ ਤੇ ਗੁਰਦਾ ਕੋਲ ਕੀ ਰੱਖਿਆ? ਕੁਛ ਵੀ ਨਹੀਂ। ਉਹਨੂੰ ਕਹਿੰਦੇ ਸਰਬੰਸ। ਕਹਿੰਦੇ ਮਹਾਰਾਜ ਅਸੀਂ ਆਪਣਾ ਸਰਬੰਸ ਤੁਹਾਨੂੰ ਸੌਂਪਦਾ। ਅੱਜ ਤੋਂ ਨਾ ਸਾਡਾ ਸਰੀਰ ਸਾਡਾ ਹੈ, ਨਾ ਪਰਿਵਾਰ ਸਾਡਾ ਹੈ, ਨਾ ਘਰ-ਬਾਰ ਸਾਡਾ ਏ। ਹੁਣ ਬੋਲੇ ਸ੍ਰੀ ਮੁਖ ਸੁਖ ਰਸ, ਅਬ ਕਿਆ ਰਹੋ ਤੁਮਾਰੇ ਪਾਸ। ਗੁਰੂ ਗਰੀਬ ਨਵਾਜ ਥੋੜੀ ਦੇਰ ਬਾਅਦ ਕਹਿੰਦੇ ਹੁਣ ਉਹ ਦੱਸੋ ਤੁਹਾਡੇ ਕੋਲ ਕੀ ਰਹਿ ਗਿਆ, ਉਹ ਦੇ ਦਿਓ। ਸੋਚਣ ਵਾਲੀ ਗੱਲ ਹੈ, ਜਿਹਨੂੰ ਘਰ ਪਰਿਵਾਰ ਦੇਤਾ, ਧਨ ਦੌਲਤ ਸਭ ਕੁਝ ਦੇਤਾ, ਪਿੱਛੇ ਰਿਹਾ ਕੀ ਹੈ? ਸਤਿਗੁਰ ਕਹਿੰਦੇ ਦੱਸੋ ਸੋਚ ਕੇ, ਕੁਛ ਐਸਾ ਬਚਿਆ ਹੋਵੇ ਜੋ ਤੁਸੀਂ ਸਾਡੇ ਤੋਂ ਲੁਕੋਇਆ ਹੋਵੇ ਤੇ ਸਾਡੇ ਨਾਂ ਨਾ ਕੀਤਾ ਹੋਵੇ। ਜ਼ੁਬਾਨ ਬਹੁਤ ਵੱਡੀ ਚੀਜ਼ ਹੁੰਦੀ ਹੈ, ਰਜਿਸਟਰੀ ਨਾਲੋਂ ਤੇ ਜ਼ੁਬਾਨ ਵੱਡੀ ਹੈ। ਬਹਿ ਕੇ ਸੋਚਣ ਲੱਗ ਗਏ ਵੀ ਆਪਣਾ ਸਰੀਰ ਵੀ ਦਿੱਤਾ ਸੀ ਤੇ ਪਰਿਵਾਰ ਵੀ ਗੁਰੂ ਦੇ ਨਾਮ ਕਰਤਾ, ਦੌਲਤ ਸ਼ੌਹਰਤ ਜੋ ਸਾਡੇ ਕੋਲ ਸਾਰਾ ਕੁਝ ਤੇ ਦਿੱਤਾ ਸੀ, ਰੱਖਿਆ ਕੀ ਹੈ? ਘਰ ਬਾਗ ਬੰਨਾ ਜੋ ਸੀ ਮਹਾਰਾਜ ਦਾ ਹੋ ਗਿਆ। ਸਿਰਫ ਗਿਆਨ ਲੈਣ ਵਾਸਤੇ ਆਪਾਂ ਖੋ ਰਹੇ ਹਾਂ। ਸਤਿਗੁਰ ਕਹਿੰਦੇ ਅਜੇ ਵੀ ਸੋਚ ਲਓ, ਜੇ ਕੁਝ ਬਚਿਆ ਹੋਇਆ ਉਹ ਵੀ ਭੇਟਾ ਕਰ ਦਿਓ। ਘਰ ਵਿਚਾਰ ਉਤਰ ਕੇ ਧੀਰਾ, ਹਮਰੇ ਡਿਗੇ ਅਬ ਏਕ ਸਰੀਰ। ਕਹਿੰਦੇ ਪਾਤਸ਼ਾਹ ਸਾਡੇ ਕੋਲ ਸਿਰਫ ਇੱਕ ਲੈ ਦੇ ਕੇ ਸਰੀਰ ਹੀ ਬਚਿਆ। ਭਾਈ ਝੰਡਾ ਤੇ ਇੰਦਰ ਸੈਨ ਨੇ ਸਲਾਹ ਕੀਤੀ ਵੀ ਕਹਿ ਦੇ ਵੀ ਦਿੱਤਾ ਮਰਦ ਸਰੀਰ ਸਣੇ ਘਰ-ਬਾਰ ਤੁਹਾਡਾ ਹੈ, ਪਰ ਫਿਲਹਾਲ ਸਰੀਰ ਕਰਕੇ ਬਹੁਤ ਕੁਝ ਸਾਡੇ ਕੋਲ ਹੈ, ਕਿਉਂਕਿ ਵਿਚਾਰਧਾਰਾ ਸਾਡੇ ਕੋਲ ਹੈ। ਕਹਿੰਦੇ ਮਹਾਰਾਜ ਇਹ ਸਰੀਰ ਸਾਡਾ ਹੈ, ਇਹਨੂੰ ਸੇਵਾ ਚਲਾ ਲਓ। ਪਹਿਲਾਂ ਤੇ ਇਹ ਕਿਹਾ ਨਾ ਵੀ ਤੁਹਾਡਾ ਹੈ, ਹੁਣ ਕਹਿੰਦੇ ਸੇਵਾ ਚਲਾ ਲਓ ਇਹਨੂੰ। ਮਹਾਰਾਜ ਮੁਸਕਰਾ ਪਏ, ਕਹਿੰਦੇ ਨਹੀਂ, ਕੁਝ ਹੋਰ ਦੱਸੋ। ਹੋਰ ਨਹੀਂ ਕੋ ਵਸਤ ਸਮੀਪਾ, ਉਨ ਬੋਲੇ ਬੇਦੇ ਕੁਲ ਦੀਪਾ। ਪਾਤਸ਼ਾਹ ਹੋਰ ਤੇ ਸਾਨੂੰ ਦਿਸਦਾ ਹੀ ਕੁਝ ਨਹੀਂ, ਨਾ ਅਸੀਂ ਰੱਖਿਆ ਕੋਲੇ। ਅੱਗੇ ਨਾ ਬੈਂਕ ਬੁੰਕ ਨਹੀਂ ਸੀ ਹੁੰਦੇ, ਨਾ ਕੋਈ ਬੈਂਕਾਂ 'ਚ ਪੈਸੇ ਜਮ੍ਹਾਂ ਕਰਾਉਂਦਾ ਸੀ। ਲੋਕ ਘਰਾਂ ਦੀਆਂ ਕੰਧਾਂ 'ਤੇ ਦੱਬੀ ਬੈਠੇ ਹੁੰਦੇ ਸੀ, ਗਾਗਰਾਂ 'ਚ ਪਾ ਕੇ, ਸੰਦੂਕਾਂ 'ਚ ਪਾ ਕੇ ਪੈਸੇ ਰੱਖਣ, ਕਿਉਂਕਿ ਮਾਇਆ ਇੱਕ ਖਜ਼ਾਨਾ ਹੈ, ਜ਼ਿੰਦਗੀ ਦੀ ਪੂੰਜੀ ਹੈ, ਲੋੜ ਪਈ ਉਸੇ ਵੇਲੇ ਕੱਢ ਲੈਣੀ। ਹੁਣ ਜਦੋਂ ਘਰ ਦੇ ਤਾਂ ਸਾਰਾ ਕੁਝ ਨਾਲ ਹੀ ਤੇ ਦੇਤਾ। ਗੁਰੂ ਨਾਨਕ ਸਾਹਿਬ ਮਹਾਰਾਜ ਥੋੜੀ ਦੇਰ ਬਾਅਦ ਬੋਲੇ, ਕਹਿੰਦੇ ਭਾਈ ਅਜੇ ਤੁਸੀਂ ਸਾਰਾ ਕੁਝ ਸਾਨੂੰ ਨਹੀਂ ਦਿੱਤਾ। ਤੁਸੀਂ ਕਹਿ ਤੇ ਰਹੇ ਹੋ ਸਰਬੰਸ ਭੇਟ ਕਰਤਾ, ਬੜਾ ਕੁਝ ਰੱਖਿਆ ਹੋਇਆ ਏ। ਹਰ ਵਿਚਾਰ ਦੇਖੋ ਮਨ ਮਾਹੀ, ਇਸ ਥਿਰ ਸਦਾ ਸਰੀਰ ਸੋ ਨਾਹੀ। ਥੋੜੀ ਦੇਰ ਬਾਅਦ ਗੁਰੂ ਪਾਤਸ਼ਾਹ ਕਹਿੰਦੇ ਮਨ 'ਚ ਵਿਚਾਰ ਕਰਕੇ ਸੋਚੋ ਵੀ ਇਹ ਸਰੀਰ ਆ ਜਿਹੜਾ ਤੁਹਾਡਾ, ਇਹ ਸਥਿਰ ਹੈ, ਸਦਾ ਰਹੂਗਾ? ਕਦੇ ਵੀ ਨਹੀਂ ਰਹਿਣਾ। ਜੋ ਅਸੀਂ ਕੱਲ ਸੀ ਉਹ ਕੱਲ ਨਹੀਂ ਹੋ ਸਕਦਾ। ਜੋ ਅਸੀਂ ਕੁਝ ਸਾਲ ਪਹਿਲਾਂ ਸੀ ਅੱਜ ਨਹੀਂ ਆ, ਜੋ ਅੱਜ ਆ ਕੁਝ ਸਾਲ ਬਾਅਦ ਨਹੀਂ ਹੋਵਾਂਗੇ। ਜੋ ਅੱਜ 40 ਸਾਲਾਂ ਦੇ ਨੇ 20 ਸਾਲਾਂ ਨੂੰ 60 ਦੇ ਹੋਣਗੇ। ਜੋ ਅੱਜ 30 ਸਾਲਾਂ ਦੇ ਨੇ 20 ਸਾਲਾਂ ਬਾਅਦ ਉਹ 50 ਦੇ ਹੋ ਜਾਣਗੇ। ਜਿਹੜੇ ਅੱਜ 60 ਦੇ ਆ, ਜੇ ਉਹ ਜਿਉਂਦੇ ਰਹੇ 80 ਤੇ ਜਾ ਵੱਜਣੇ ਆ, ਕਈ ਲੰਘ ਜਾਣੇ ਆ। ਇੱਕ ਅੰਦਾਜ਼ਾ, ਸਰੀਰ ਤੇ ਸਥਿਰ ਨਹੀਂ ਨਾ, ਇਹਨੇ ਸਦਾ ਰਹਿਣਾ ਨਹੀਂ। ਜਾਂ ਤੇ ਕਰਿਓ ਸਮਰਪਣ ਇਹੋ, ਪਾਛੇ ਸਰਵਨ ਗਿਆਨ ਕਰ ਲਿਓ। ਸਤਿਗੁਰ ਕਹਿੰਦੇ ਭਾਈ ਸਰੀਰ ਤੁਹਾਡਾ ਇਹ ਵੀ ਸਾਨੂੰ ਸੌਂਪ ਦਿਓ, ਸਿਰ ਤੋਂ ਲੈ ਕੇ ਪੈਰਾਂ ਤੱਕ। ਮਤਲਬ ਜੇ ਸਰੀਰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਨਾ, ਤੇ ਕੌਣ ਹੈ ਭਾਈ ਝੰਡਾ ਆਪਣੀ ਮਰਜ਼ੀ ਨਾਲ ਜਾ ਕੇ ਆਖੇ ਮੈਂ ਫਲ ਤੋੜਨ ਚੱਲਿਆ, ਉਹ ਤੇ ਗੁਰੂ ਦਾ ਸਰੀਰ ਹੋ ਗਿਆ ਨਾ। ਗੁਰੂ ਚਾਉਣ ਅੱਗ ਤੇ ਸੁੱਟ ਦੇਣ, ਗੁਰੂ ਚਾਉਣ ਆਰੀ ਨਾਲ ਚੀਰ ਦੇਣ, ਗੁਰੂ ਚਾਉਣ ਬਖਸ਼ ਦੇਣ, ਗੁਰੂ ਚਾਉਣ ਛੱਡ ਦੇਣ। ਸੌਂਪਿਆ ਹੋਇਆ, ਗਿਫਟ ਕੀਤਾ ਹੋਇਆ, ਭੇਟ ਕੀਤਾ ਹੋਇਆ। ਭੇਟਾਂ ਕੀਤੀਆਂ ਚੀਜ਼ਾਂ ਤੇ ਕਦੇ ਆਪਣੀ ਹਉਮੈ ਨਹੀਂ ਹੁੰਦੀ, ਦਾਵਾ ਨਹੀਂ ਹੁੰਦਾ। ਥੋੜੀ ਦੇਰ ਸੋਚ ਕੇ ਆਖਣ ਲੱਗੇ, ਕਹਿੰਦੇ ਮਰਦ ਸਰੀਰ ਆਪ ਦੀ ਦਾ ਹੀ ਹੈ,
ਇਹ ਨਹੀਂ ਰੱਖਿਆ ਸੀ। ਇਹਨੂੰ ਭਾਵੇਂ ਸੁੱਟੋ, ਭਾਵੇਂ ਇਹਦੇ ਤੇ ਗੰਦਗੀ ਸੁੱਟ ਦਿਓ, ਫੁੱਲਾਂ ਦੀ ਖੁਸ਼ਬੂ ਲਾ ਦਿਓ, ਇਹਨੂੰ ਪਾਣੀ 'ਚ ਡੋਬ ਦਿਓ, ਅੱਗ 'ਤੇ ਸੱਟ ਦਿਓ, ਇਹਦੇ ਤੇ ਸਾਡਾ ਦਾਵਾ ਕੋਈ ਨਹੀਂ। ਦੋਨੋਂ ਆਏ ਸਮਾਨ ਸਰੀਰ, ਗੁਰੂ ਪਗ ਦਿਓ ਸਮਰਪ ਸਰੀਰ। ਕਹਿੰਦੇ ਪਾਤਸ਼ਾਹ ਸਰੀਰ ਦੇ ਨਾਲ ਸਰੀਰ ਦੇ ਵਸਤਰ, ਸਰੀਰ ਦੇ ਸਵਾਸ, ਸਰੀਰ ਦੇ ਕਰਮ, ਸਭ ਕੁਝ ਆਪ ਜੀ ਦੇ ਨਾਮ ਕਰਦੇ। ਕੱਲਾ ਸਰੀਰ ਨਹੀਂ, ਜੋ ਕੁਝ ਸਰੀਰ ਨਾਲ ਜੁੜਿਆ ਨਾ ਸਭ ਕੁਝ ਹੀ ਤੁਹਾਡਾ ਹੈ। ਹੁਣ ਇਹ ਸਰੀਰ ਸਾਡਾ ਨਹੀਂ, ਨਾ ਸਾਡਾ ਇਹਦੇ ਤੇ ਕੋਈ ਹੱਕ ਹੈ। ਅਬ ਕਿਆ ਰਹੋ ਤੁਮਾਰੇ ਪਾਸੋ, ਦੇਹ ਬਤਾਏ ਬਚਨ ਕੇ ਆਸੋ। ਜਦੋਂ ਸਾਰਾ ਕੁਝ ਗੁਰੂ ਸਾਹਿਬ ਦੇ ਨਾਮ ਕਰਤਾ, ਵਿਹਲੇ ਜਿਹੇ ਹੋ ਕੇ ਬਹਿ ਗਏ ਰਹੇ ਕੁਛ ਨਹੀਂ ਕੋਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣ ਕੀ ਰਹਿ ਗਿਆ ਤੁਹਾਡੇ? ਭਾਈ ਮਰਦਾਨਾ ਬੈਠਾ ਸੋਚੇ ਵੀ ਬਾਬਾ ਛੱਡਿਆ ਤੇ ਕੁਛ ਨਹੀਂ ਪੱਲਿਆ, ਸਤਨਾਮ ਸਾਰਾ ਕੁਝ ਹੀ ਲੁੱਟ ਲਿਆ। ਅਜੇ ਵੀ ਪੁੱਛੀ ਜਾਂਦੇ ਹੋ ਵੀ ਜੇ ਕੁਝ ਬਚਿਆ ਤੇ ਦੱਸੋ ਵੀ ਇਕੱਠਾ ਕਰ ਲਈਏ। ਇਹ ਚੋਜ ਨੇ ਮਰਦ ਦੇ। ਸਤਿਗੁਰ ਕਹਿੰਦੇ ਸੋਚੋ ਵਿਚਾਰੋ ਬਚਿਆ ਕੀ ਆ ਤੁਹਾਡੇ ਕੋਲੇ। ਬੈਠੇ ਸੋਚਦੇ ਆ ਪਰਿਵਾਰ ਵੀ ਗੁਰੂ ਦਾ, ਧਨ ਵੀ ਗੁਰੂ ਦਾ, ਪਦਾਰਥ ਵੀ ਗੁਰੂ ਦੇ, ਘਰ-ਬਾਰ ਵੀ, ਜ਼ਮੀਨ ਜਾਇਦਾਦ ਸਭ ਕੁਝ ਗੁਰੂ ਦਾ ਹੋ ਗਿਆ। ਜਿੰਨੇ ਸਾਡੇ ਰਿਸ਼ਤੇ ਸੀ ਉਹ ਖਤਮ ਹੋ ਗਏ। ਅੱਜ ਤੋਂ ਚਾਚਾ, ਤਾਇਆ, ਮਾਸੜ, ਭੂਆ ਸਾਡਾ ਕੁਝ ਨਹੀਂ, ਕਿਉਂਕਿ ਤੇ ਸਰੀਰ ਦੇ ਰਿਸ਼ਤੇ ਸੀ, ਸਭ ਸੌਂਪਦੇ ਆ। ਕਿਤੇ ਗੁਰੂ ਕੋਲ ਆ ਗਿਆ, ਸੋਚੀ ਗਏ, ਕਹਿੰਦੇ ਮੱਝ ਸਮਝ ਨਹੀਂ ਆਉਂਦਾ। ਮਹਾਰਾਜ ਕਹਿੰਦੇ ਵੇਖ ਲਓ ਕਿਤੇ ਖਿਆਲ ਕਰਕੇ ਅਜੇ ਕੁਝ ਬਚਿਆ ਹੋਵੇ। ਸੁਣ ਕਰ ਦੋਨੋਂ ਬੈਨ ਅਲਾਵਾ, ਅਬ ਤੋ ਅੰਤ ਹੈ ਕਰਨ ਰਹਾਵਾ। ਹੁਣ ਦੋਨੋਂ ਗਿਆਨੀ ਸੀ, ਗਿਆਨ ਇਹਨਾਂ ਕੋਲ ਹੈ, ਧਰਮ ਨਾਲ ਜੁੜੇ ਆ। ਕਹਿੰਦੇ ਬਾਬਾ ਜੀ ਸਰੀਰ ਵੀ ਤੁਹਾਡਾ, ਸਰੀਰ ਦੇ ਪਦਾਰਥ ਵੀ ਤੁਹਾਡੇ, ਸਿਰਫ ਸਾਡੇ ਕੋਲ ਰਹਿ ਗਿਆ ਅੰਤਸ਼ ਕਰਨ, ਜਿਹਨੂੰ ਅੰਤਹ ਕਰਨ ਕਹਿੰਦੇ ਆ। ਚਾਰ ਚੀਜ਼ਾਂ ਤੋਂ ਬਣਿਆ ਹੁੰਦਾ ਅੰਤਹ ਕਰਨ ਸਾਡਾ। ਅੱਜ ਨਾ ਅਸੀਂ ਸਾਰੇ ਮਨ ਪਿੱਛੇ ਭੱਜੇ ਫਿਰਦੇ ਆ। ਮਨ ਕੀ ਚੀਜ਼ ਹੈ? ਬਸ ਮਨ ਸਾਹਮਣੇ ਰੱਖ ਲਿਆ, ਬਾਕੀ ਚੀਜ਼ਾਂ ਨੂੰ ਅਸੀਂ ਇਨਵਿਜ਼ੀਬਲ ਕਰਤਾ, ਧਿਆਨ 'ਚ ਹੀ ਰੱਖਿਆ। ਮਨ ਦੇ ਇੱਕ ਮੁੱਢ ਹੈ, ਮਨ ਦੇ ਨਾਲ ਵੀ ਤੇ ਕੋਈ ਤੁਰਿਆ ਫਿਰਦਾ, ਇਹਨੂੰ ਵੀ ਤੇ ਕੋਈ ਚਲਾ ਰਿਹਾ। ਕਹਿੰਦੇ ਪਾਤਸ਼ਾਹ ਅੰਤਹਿ ਕਰਨ ਤੁਹਾਨੂੰ ਸੌਂਪ ਦਿੱਤਾ ਏ, ਇਹ ਵੀ ਅੱਜ ਤੋਂ ਤੁਹਾਡਾ ਏ। ਜਾਤੀ ਦੂਜੀ ਵਸਤ ਨ ਕੋਈ, ਉਤੇ ਜੋ ਹਮ ਟਿਗ ਭਾਖੀ ਸੋਈ। ਦੂਜੀ ਦੇ ਵਸਤੂ ਪਾਤਸ਼ਾਹ ਸਾਨੂੰ ਨਜ਼ਰ ਕੋਈ ਨਹੀਂ ਆਉਂਦੀ। ਸਾਡੇ ਸੁਭਾਅ ਦੇ ਮੁਤਾਬਕ ਜੋ ਕੁਝ ਸੀ ਸਭ ਕੁਝ ਤੇਰਾ ਹੋ ਗਿਆ। ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗ ਗਿਆ ਮੇਰਾ, ਮੇਰਾ ਤੇ ਇਹਨਾਂ ਨੂੰ ਲੱਗਦਾ ਹੀ ਕੁਛ ਨਹੀਂ। ਭਾਈ ਝੰਡੇ ਦਾ ਸਰੀਰ ਗੁਰੂ ਨਾਨਕ ਬਾਦਸ਼ਾਹ, ਇੰਦਰ ਸੈਨ ਜੀ ਦਾ ਸਰੀਰ ਗੁਰੂ ਨਾਨਕ ਸਾਹਿਬ ਜੀ ਦਾ, ਜਿੰਨੇ ਇਹਨਾਂ ਦੇ ਪਦਾਰਥ, ਘਰ-ਬਾਰ, ਬੱਚੇ, ਪਰਿਵਾਰ ਸਭ ਗੁਰੂ ਨਾਨਕ ਦੇ। ਹੁਣ ਅੰਤਸ਼ ਕਰਮ ਰਹਿ ਗਿਆ ਸੀ ਕੋਲੇ, ਅੰਤਹਿ ਕਰਮ। ਕਹਿੰਦੇ ਮਰ ਜੋ ਵੀ ਭੇਟਾ ਕਰਤਾ ਜੀ, ਹੁਣ ਉਹਦੇ ਤੇ ਵੀ ਸਾਡਾ ਹੱਕ ਕੋਈ ਨਹੀਂ। ਸ੍ਰੀ ਗੁਰੂ ਬੋਲੇ ਬੋਹਰ ਪਰ ਬੀਨਾ, ਜੈ ਵੀ ਪੰਚ ਤਤ ਨਹਿ ਕੀਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਬੜੀ ਡੂੰਘੀ ਗੱਲ ਕਰਦੇ ਆ। ਕਹਿੰਦੇ ਆ ਪੰਜਾਂ ਤੱਤਾਂ ਦੇ ਅਧੀਨ ਨਹੀਂ ਹਨ। ਮਿੱਟੀ, ਪਾਣੀ, ਅੱਗ, ਹਵਾ, ਆਕਾਸ਼ ਇਹਨਾਂ ਦੇ ਅਧੀਨ ਨਹੀਂ, ਇਹ ਅਲੱਗ ਨੇ। ਤੁਸੀਂ ਆਪਣਾ ਸਰੀਰ ਦਿੱਤਾ ਏ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼ ਜੋ ਕੁਛ ਵੀ ਹੈ, ਇਹ ਤੇ ਤੁਹਾਡਾ ਹੱਕ ਥੋੜੀ ਹੈ। ਹੁਣ ਜੇ ਭਾਈ ਝੰਡੇ ਨੂੰ ਅੱਗ ਕੋਲ ਬਿਠਾਤਾ, ਆਖੇ ਮੈਨੂੰ ਸੇਕ ਲੱਗਦਾ, ਤੂੰ ਕੌਣੋਂ ਵੀ ਸੇਕ ਵਾਲਾ। ਠੰਡਾ ਪਾਣੀ ਕੋਈ ਪਾਵੇ, ਆਖੇ ਮੇਰੇ ਸਰੀਰ ਨੂੰ ਠੰਡ ਲੱਗਦੀ, ਸਰੀਰ ਤੇ ਤੇਰਾ ਹੈ ਹੀ ਨਹੀਂ, ਇਹ ਵੀ ਗੁਰੂ ਨਾਨਕ ਦਾ ਹੈ। ਭੇਟਾ ਵਰਤਾ ਆਪਣਾ ਤੇ ਹੈ ਨਹੀਂ। ਸਤਿਗੁਰ ਕਹਿੰਦੇ ਅੰਤਸ਼ ਕਰਨ ਪੰਜਾਂ ਤੋਂ ਅਲੱਗ ਹੈ। ਮਿੱਟੀ ਤੋਂ ਅਲੱਗ ਹੈ, ਅੱਗ ਤੋਂ ਅਲੱਗ ਹੈ, ਪਾਣੀ ਤੋਂ ਅਲੱਗ ਹੈ, ਆਕਾਸ਼ ਤੋਂ ਅਲੱਗ ਹੈ, ਹਵਾ ਤੋਂ ਅਲੱਗ ਹੈ। ਪੰਜ ਤੱਤਾਂ ਤੋਂ ਸਰੀਰ ਬਣਿਆ ਹੋਇਆ। ਸਤਿਗੁਰੂ ਕਹਿੰਦੇ ਇਹ ਤੇ ਸੌਂਪ ਦਿੱਤਾ, ਅੰਤਸ਼ ਕਰਨ ਕਿਵੇਂ ਦਓਗੇ? ਪੰਜ ਤੱਤਾਂ ਦੀ ਦੇਹ ਤੇ ਦੇਤੀ ਮਰਜ਼ ਤੁਹਾਡੀ ਹੈ। ਹੁਣ ਮੈਂ ਕਹਿੰਦਾ ਜੀ ਮੇਰਾ ਮਨ ਰੱਖ ਲਓ, ਮਨ ਗਿਫਟ ਕਰਤਾ ਤੁਹਾਨੂੰ, ਲੈ ਜਾਓ ਸਾਰੇ ਘਰ। ਮੇਰੇ ਮਨ ਦਾ ਤੁਸੀਂ ਕੀ ਚਾਰ ਪਾਉਣਾ ਜਦੋਂ ਤੁਹਾਡਾ ਆਪਣਾ ਮਨ ਤੁਹਾਡੇ ਕਿਹੜੇ ਹੀ ਮਿਲੇਗਾ? ਮੇਰਾ ਮਨ ਲੈ ਜਾਓਗੇ ਤੁਸੀਂ? ਨਹੀਂ ਨਾ, ਸਮਝਣਗੇ। ਸਤਿਗੁਰ ਕਹਿੰਦੀ ਅੰਤਸ਼ ਕਰਨ ਤੇ ਸਾਨੂੰ ਦੇਤਾ ਹੈ, ਸਰੀਰ ਵੀ ਸਾਨੂੰ ਭੇਟਾ ਕਰਤਾ, ਹੋਰ ਕੀ ਕੁਝ ਕੋਲੇ ਰੱਖਿਆ ਏ। ਕਿਆ ਕੋ ਕਾਰਨ ਹੋਏ ਅਸਤਿਆ, ਸੋ ਕਾਰਜ ਨੇ ਭਿਖਿਅਤ ਸਤਿਆ। ਭਾਈ ਜਿਸ ਚੀਜ਼ ਵਾਸਤੇ ਕੋਈ ਕਾਰਨ ਹੋਵੇ, ਕਾਰਨ ਹੈ ਅਸਤ, ਕਾਰਨ ਹੋਵੇ ਝੂਠਾ, ਉਹ ਚੀਜ਼ ਸੱਚੀ ਹੋ ਸਕਦੀ।
ਸੁਭਾਵਿਕ ਤੌਰ ਤੇ ਆਪਾਂ ਜਿੰਨੇ ਮੂਵੀਜ਼ ਦੇਖਦੇ, ਫਿਲਮਾਂ ਹੋ ਗਈਆਂ ਜਾਂ ਕਾਲਪਨਿਕ ਚੀਜ਼ਾਂ ਹੁੰਦੀਆਂ ਨੇ, ਸਟੋਰੀਆਂ, ਸੱਚ ਤੇ ਕੁਝ ਨਹੀਂ। ਜੇ ਸੱਚ ਦੇ ਆਧਾਰਿਤ ਵੀ ਕੋਈ ਕਿਤਾਬ ਲਿਖੀ ਜਾਂਦੀ ਹੈ, ਲਿਖਣ ਵਾਲਾ ਆਪਣੇ ਕੋਲੋਂ ਬੜਾ ਕੁਝ ਲਿਖ ਦਿੰਦਾ ਵਿੱਚ। ਕੋਈ ਸੀਰੀਅਲ ਬਣਦਾ, ਐਪੀਸੋਡ ਬਣਦਾ ਏ, ਉਹਦੇ ਵਿੱਚ ਵੀ ਆਪਣੇ ਕੋਲੋਂ ਬੜਾ ਐਡ ਕੀਤਾ ਜਾਂਦਾ, ਮਿਕਸ ਮਸਾਲਾ, ਤਾਂ ਹੀ ਦੇਖਣਗੇ ਨਾ ਲੋਕ। ਸੱਚ ਤੋਂ ਇੱਕ ਪਾਸਰ ਪਾਸਰ ਹੋ ਜਾਂਦਾ, ਪਰ ਉਹ ਸਟੋਰੀ ਸੱਚ ਨਹੀਂ ਹੁੰਦੀ। ਉਹ ਸਿਰਫ ਇੱਕ ਛਲਾਵਾ ਏ, ਇੱਕ ਦਿਖਾਵਾ ਏ, ਇੱਕ ਸਕਰੀਨ ਪਲੇ ਹੈ, ਇਹ ਤੋਂ ਵੱਧ ਕੁਛ ਨਹੀਂ ਹੈ। ਤੇ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਕੁਝ ਸੱਚ ਹੈ ਜੀ। ਜ਼ਿੰਦਗੀ ਵੀ ਤੇ ਇੱਕ ਫਿਲਮ ਹੈ। ਜਵਾਨੀ ਦਾ ਇੰਟਰਵੈਲ ਹੈ। ਜੇ ਇੱਥੇ ਸਮਝ ਨਾ ਆਈ, ਬਸ ਫਿਰ ਐਂਡ ਹੋਣ ਵਾਲੀ। ਜਿਵੇਂ ਮੂਵੀ ਵਿੱਚ ਆਖਰਕਾਰ ਸੀਕੁਐਂਸ ਪਤਾ ਲੱਗਦੇ ਆ ਨਾ, ਵੀ ਆਹ ਬੜਾ ਆਨੰਦ ਆਇਆ ਵੇਖ ਕੇ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਪਹਿਲਾਂ ਗੱਲ ਲਾਸਟ ਖੁੱਲੀ ਆ ਗਈ। ਆਹ ਜਦੋਂ ਜਵਾਨੀ ਲੰਘ ਜਾਂਦੀ, ਬੁਢਾਪਾ ਆ ਜਾਂਦਾ ਨਾ, ਫਿਰ ਮੌਤ ਨੇੜੇ ਆਵੇ, ਉਦੋਂ ਫਿਰ ਬੜਾ ਕੁਝ ਖੁੱਲ੍ਹਦਾ ਹੈ। ਅੱਛਾ, ਉਦੋਂ ਆਏ ਹੋਇਆ ਸੀ, ਇਹ ਸੀ, ਆਹ ਵੀ ਸੱਚ ਨਹੀਂ ਸੀ, ਆਹ ਵੀ ਸੱਚ ਨਹੀਂ ਸੀ, ਆਹ ਵੀ ਸੱਚ ਨਹੀਂ ਸੀ, ਕਾਲਪਨਿਕ ਸੀ ਨਾ ਸਾਰਾ ਕੁਛ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਜੋ ਸਰੀਰ ਨਾਲ ਜੁੜਿਆ, ਅੱਗ, ਪਾਣੀ, ਹਵਾ, ਆਕਾਸ਼, ਮਿੱਟੀ, ਇਹਨਾਂ ਦਾ ਜਿਹੜਾ ਵਜੂਦ ਹੈ ਸੱਚਾ ਕਿਉਂ ਨਹੀਂ? ਕਿਉਂਕਿ ਅੱਗ ਵੀ ਸੱਚ ਨਹੀਂ ਹੈ। ਅੱਗ ਦਾ ਸੁਭਾਅ ਸਿਰਫ ਸਾੜਨਾ ਹੀ ਹੈ, ਸਾੜਨ ਤੋਂ ਬਾਅਦ ਅਲੋਪ, ਹਵਾ ਅਲੋਪ ਹੋ ਜਾਂਦੀ। ਪਾਣੀ ਹੈ, ਭਾਪ ਬਣ ਕੇ ਉੱਡ ਜਾਂਦਾ ਹੈ। ਆਕਾਸ਼ ਹੈ, ਉਹਦਾ ਅੰਤ ਹੀ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ, 5 ਤੱਤਾਂ ਤੋਂ ਬਣੀ ਹੋਈ ਚੀਜ਼, ਜਿਨ੍ਹਾਂ ਤੱਤਾਂ ਦਾ ਆਪਣਾ ਕੋਈ ਪ੍ਰੋਪਰ ਵਜੂਦ ਨਹੀਂ, ਉਹ ਤੋਂ ਬਣਿਆ ਸਰੀਰ ਸੱਚਾ ਕਿਵੇਂ ਹੋ ਸਕਦਾ? ਅੱਜ ਜਿਉਂਦੇ ਬੰਦੇ ਨੂੰ ਅੱਗ ਲਾ ਕੇ ਸਾੜਦੇ ਹੋ, ਕਦੇ ਉੱਥੇ ਅੱਗ ਬੁਝਦੀ ਹੈ? ਵਿੱਚ ਪਾਣੀ ਵੀ ਹੈ, ਹਵਾ ਵੀ ਹੈ, ਆਕਾਸ਼ ਵੀ। ਮੈਂ ਇਹਨੂੰ ਨਹੀਂ ਸਾੜਦਾ, ਇਹ ਤੇ ਜਿਉਂਦਾ ਜੇ, ਇਹ 'ਚ ਮਨ ਵੀ ਹੈ, ਗਿਆਨ ਵੀ, ਸਭ ਕੁਛ ਹੈ। ਨਹੀਂ, ਉਹਨੇ ਸਾੜਦੇ ਨਹੀਂ। ਮਨੁੱਖਾ ਸਰੀਰ ਨੂੰ ਪਾਣੀ ਵਿੱਚ ਡੋਬਦੇ ਹੋ। ਪਾਣੀ ਕਦੇ ਕਹਿੰਦਾ ਵੀ ਮੇਰੇ ਤੋਂ ਬਣਿਆ 70-76% ਪਾਣੀ ਹੈ, ਇਹਨੂੰ ਡੋਬਣਾ ਨਹੀਂ ਮੈਂ। ਇਹਦੇ ਕੋਲ ਮਨ ਵੀ ਹੈ, ਇਹਦੇ ਕੋਲ ਧਨ ਵੀ ਹੈ, ਇਹਦੇ ਕੋਲ ਗਿਆਨ ਵੀ ਹੈ, ਅਕਲ ਵੀ ਹੈ, ਸਮਝ ਵੀ ਹੈ। ਨਹੀਂ, ਉਹ ਕਹਿੰਦਾ ਮੇਰਾ ਕੰਮ ਹੈ ਡੋਬਣਾ। ਆਕਸੀਜਨ ਨਹੀਂ ਹੈ। ਆ ਪਿੱਛੇ ਕਰੋਨਾ ਟਾਈਮ 'ਚ ਕਿੰਨੇ ਲੋਕ ਗੱਡੀ ਚੜ ਗਏ, ਕਿੰਨੇ ਮਰ ਗਏ ਵਿਚਾਰੇ, ਕਿਉਂਕਿ ਸਾਹ ਨਹੀਂ ਸੀ। ਬਾਹਰ ਤੇ ਹਵਾ ਬੜੀ ਸੀ, ਆਕਸੀਜਨ ਨਹੀਂ ਸੀ ਅੰਦਰ ਜਾ ਰਹੀ। ਉਹ ਵੀ ਇੱਕ ਹਵਾ ਦਾ ਰੂਪ ਹੈ। ਇੰਨੀ ਹਵਾ ਹੁੰਦਿਆਂ ਵੀ ਹਵਾ ਬਚਾ ਨਹੀਂ ਸਕਦੀ। ਮਤਲਬ ਇਹ ਅਸੱਧ ਹੈ, ਇਹ ਝੂਠ ਹੈ, ਇਹਦੀ ਬੁਨਿਆਦ ਵੀ ਸੱਚ ਨਹੀਂ। ਕਿਉਂਕਿ ਇਹ ਮਾਤਾ ਪਿਤਾ ਤੋਂ ਸਰੀਰ ਘੜਿਆ ਗਿਆ ਹੈ, ਉਹ ਵੀ ਮਿੱਟੀ ਨੇ। ਮਿੱਟੀ ਦਾ ਭਾਂਡਾ ਬਣ ਕੇ ਵੀ ਮਿੱਟੀ ਹੈ, ਭਾਂਡਾ ਬਣਨ ਤੋਂ ਪਹਿਲਾਂ ਵੀ ਮਿੱਟੀ ਹੈ। ਭਾਂਡੇ ਤੋੜ ਦੋਗੇ ਫਿਰ ਕੀ ਰਹੂਗਾ ਜੀ? ਮਿੱਟੀ। ਗੁਰੂ ਸਾਹਿਬ ਕਹਿੰਦੇ, ਇਹਦੀ ਤੇ ਗੱਲ ਛੱਡੋ, ਅਸੀਂ ਸਰੀਰ ਤੋਂ ਲੈਣਾ ਕੀ ਹੈ? ਆਤੇ ਅੰਤ ਹੈ ਕਰਨ ਜੁਥਾਰੋ, ਸੋ ਅਬ ਦੇ ਕਰ ਦੇ ਵਿਸਾਰੋ। ਸਤਿਗੁਰ ਕਹਿੰਦੇ, ਭਾਈ ਆ ਤੁਸੀਂ ਅੰਤਸ਼ ਕਰਨ ਸਾਨੂੰ ਦੇ ਦਿੱਤਾ ਏ, ਇਹ ਸੱਚਾ ਏ। ਸੱਚਾ ਕਿਵੇਂ? ਕਹਿੰਦੇ ਜੇ ਦੇਤਾ ਫਿਰ ਵਿਸਾਰ ਦਿਓ ਵੀ ਇਹ ਸਾਡਾ ਜਾਂ ਤੁਹਾਡਾ। ਮੈਂ ਖਤਮ ਕਰੋ ਅੰਦਰੋਂ। ਤਨ ਗੁਰੂ ਦਾ, ਮਨ ਗੁਰੂ ਦਾ। ਜੇ ਮਨ ਗੁਰੂ ਦਾ ਤੇ ਫਿਰ ਗੁਰੂ ਦੀ ਮੰਨੇ, ਗੁਰੂ ਦੀ ਸੁਣੇ। ਗੁਰੂ ਪਾਤਸ਼ਾਹ ਕਹਿੰਦੇ ਅੰਤਸ਼ ਕਰਨ ਜੇ ਤੁਸੀਂ ਸੌਂਪ ਦਿੱਤਾ ਨਾ, ਤੁਹਾਨੂੰ ਲੱਗਦਾ ਵੀ ਇਹ ਅਸੀਂ ਗੁਰੂ ਨੂੰ ਨਹੀਂ ਦਿੱਤਾ, ਸਿਰਫ ਸਰੀਰ ਦਿੱਤਾ ਏ। ਮਰਦ ਕਹਿੰਦੇ ਇਹਨੂੰ ਭੇਟਾ ਕਰਕੇ ਹਮੇਸ਼ਾ ਲਈ ਭੁੱਲ ਜਾਵੋ। ਹੁਣ ਤੁਮ ਗਿਆਨ ਆਨੰਦ ਸਮਾਵੋ, ਸੰਸੇ ਹੋਏ ਜੋ ਹਮੇ ਬਤਾਵੋ। ਜੇ ਤੁਹਾਡੇ ਮਨ ਵਿੱਚ ਅਜੇ ਵੀ ਕੋਈ ਸ਼ੰਕਾ ਹੈ ਜਾਂ ਹੋਏਗਾ, ਸਤਿਗੁਰ ਕਹਿੰਦੇ ਨਾਲ ਨਾਲ ਦੱਸੀ ਜਾਇਓ, ਫਿਰ ਗਿਆਨ ਦਾ ਆਨੰਦ ਆਏਗਾ। ਆਨੰਦ, ਕੱਲਾ ਗਿਆਨ ਨਹੀਂ, ਗਿਆਨ ਆਨੰਦ ਹੋਵੇ। ਗਿਆਨ ਤੇ ਸਾਡੇ ਤੁਹਾਡੇ 'ਚ ਬੜਾ ਲੋਕਾਂ ਕੋਲ ਹੈ। ਜਿਹਨੂੰ ਮਰਜ਼ੀ ਛੇੜ ਕੇ ਵੇਖੋ, ਸਾਰੇ ਗਿਆਨਾਂ ਸਿੰਘ ਨੇ ਇੱਥੇ। ਛੇੜੋ ਤਾਂ ਸਹੀ ਕਿਸੇ। ਉਹ ਕਹਿੰਦਾ ਤੈਨੂੰ ਬੜਾ ਪਤਾ ਹੈ, ਆਹ ਚੀਜ਼ ਏਦਾਂ ਹੁੰਦੀ ਹੈ। ਪਰ ਕੀ ਸਾਡਾ ਗਿਆਨ ਸਾਨੂੰ ਸੰਤੁਸ਼ਟੀ ਦੇ ਰਿਹਾ? ਸਾਡਾ ਗਿਆਨ ਕਹਿੰਦਾ ਹਾਏ ਹਾਏ ਮੈਂ ਲੜਾਂ ਕਿਹਦੇ ਨਾਲ ਜਾ ਕੇ, ਇਹਨੂੰ ਆਹ ਨਹੀਂ ਆਉਂਦਾ, ਇਹਨੂੰ ਇਹ ਇਤਿਹਾਸ ਨਹੀਂ ਪਤਾ, ਇਹਨੂੰ ਇਸ ਗੱਲ ਦਾ ਨਹੀਂ ਪਤਾ, ਮੈਂ ਸਮਝਾਵਾਂ ਦੱਸਾਂ ਇਹਨੂੰ ਕਰ। ਲੜ ਪੈਂਦਾ ਪਤਾ। ਸਾਡਾ ਗਿਆਨ ਸਾਨੂੰ ਕਮਲੇ ਕਰੀ ਫਿਰਦਾ। ਗੁਰੂ ਸਾਹਿਬ ਕਹਿੰਦੇ ਗਿਆਨ ਦਾ ਆਨੰਦ ਜਦੋਂ ਅੰਦਰ ਆਇਆ, ਫਿਰ ਤਨ ਦਾ ਮਾਣ ਨਹੀਂ ਹੋਣਾ। ਫਿਰ ਇਸ ਅੰਤਸ਼ ਕਰਨ ਦਾ ਮਾਣ ਵੀ ਵਿਅਕਤੀ ਅੰਦਰੋਂ ਮੁੱਕ ਜਾਂਦਾ ਏ। ਅਸ ਪਰ ਘਰ ਜਬ ਗੁਰ ਨੇ ਬਰਨਾ, ਅੰਤਹਿ ਕਰਨ ਸਮਰਪਿਓ ਚਰਨਾ। ਭਾਈ ਚੱਡਾ ਜੀ ਕਹਿੰਦੇ ਮਹਾਰਾਜ ਮੈਂ ਤੇ ਅੰਤਹਿ ਕਰਨ ਵੀ ਤੁਹਾਨੂੰ ਦੇਤਾ। ਅੰਤਸ਼ ਕਰਨ ਵਿੱਚ ਕੀ ਹੁੰਦਾ? ਮਨ, ਚਿੱਤ, ਬੁੱਧ, ਅਹੰਕਾਰ, 4 ਚੀਜ਼ਾਂ। ਬਾਬਾ ਜੀ ਕਹਿੰਦੇ ਭੇਟਾ ਕਰ। ਸਤਿਗੁਰੂ ਕਹਿੰਦੇ ਠੀਕ ਹੈ, ਇਹ ਹੁਣ ਸਾਡਾ ਸਾਰਾ ਕੁਛ ਹੈ, ਜਾਓ
ਮਨ ਵੀ ਲੈ ਲਿਆ, ਤਨ ਵੀ ਲੈ ਲਿਆ, ਤਨ ਨਾਲ ਜੁੜੇ ਪਦਾਰਥ ਵੀ ਲੈ ਲਏ, ਛੱਡਿਆ ਪਿੱਛੇ। ਮੇਰੇ ਹਿਸਾਬ ਨਾਲ ਤੇ ਜਦੋਂ ਦੁਨਿਆਵੀ ਤੌਰ ਤੇ ਵੇਖੀ ਰਹਿ ਗਿਆ ਕੁਛ ਵੀ ਨਹੀਂ ਰਿਹਾ। ਸਭ ਕੁਝ ਗੁਰਾਂ ਨੇ ਆਪਣੇ ਨਾਮ ਕਰ ਲਿਆ। ਜਬ ਧਨ ਤਨ ਮਨ ਦੀਨ ਚੜ੍ਹਾਈ, ਨਾਨਕ ਜੀ ਤਕ ਗਿਰਾ ਅਲਾਈ। ਸਤਿਗੁਰ ਕਹਿੰਦੇ ਅੱਜ ਤੋਂ ਝੰਡਿਆ ਤੇਂਦਰ ਸੈਨ ਤੇਰਾ ਤਨ ਸਾਡਾ, ਤੇਰਾ ਘਰ ਸਾਡਾ, ਤੇਰੇ ਪਦਾਰਥ ਸਾਡੇ, ਤੇਰਾ ਮਨ ਸਾਡਾ। ਕਹਿੰਦੇ ਹਾਂਜੀ ਸਭ ਕੁਝ। ਦੇਖੋ ਗੱਡੀ ਅੰਦਰ ਨਿਮਰਤਾ ਹੋਣੀ। ਇੱਕ ਸੂਈ ਦੇ ਨੱਕੇ ਜਿੰਨਾ ਵੀ ਮਨ ਚ ਨਹੀਂ ਆਇਆ ਵੀ ਇਹ ਪਰਦੇਸੀ ਸਾਧੂ ਨੇ ਸਾਰਾ ਕੁਝ ਹੀ ਲੈ ਗਏ। ਮਹਾਰਾਜ ਕਹਿੰਦੇ ਹੁਣ ਅਗਲੀ ਗੱਲ ਸੁਣਿਓ ਧਿਆਨ ਨਾਲ। ਇਹ ਬਚਨ ਮਹਾਰਾਜ ਨੇ ਨਾਲ ਕਹਿਤਾ ਵੀ ਜੋ ਹੁਣ ਕਹਿਣ ਲੱਗੇ ਆ ਨਾ, ਇਹ ਗਿਆਨ ਦਾ ਵਾਚਕ ਹੈ, ਜੀਵਨ ਵਿੱਚ ਧਾਰਨ ਕਰਿਓ। ਜੋ ਸੰਸਾ ਅਬ ਤੁਮੇ ਔਰ ਮਾਹੀ, ਕਹੋ ਲਿਓ ਉੱਤਰ ਸਭ ਤਾਹੀ। ਭਾਈ ਇੰਦਰ ਸੈਨ ਕਹਿੰਦੇ ਮਹਾਰਾਜ ਹੁਕਮ ਕਰੋ। ਸਤਿਗੁਰ ਕਹਿੰਦੇ ਜੋ ਤੁਹਾਡੇ ਮਨ ਵਿੱਚ ਹੁਣ ਕੋਈ ਸ਼ੰਕਾ ਆਇਆ ਇਹਨਾਂ ਚੀਜ਼ਾਂ ਤੋਂ ਬਾਅਦ ਉਹ ਦੱਸੋ। ਕਿਉਂਕਿ ਹੁਣ ਤੇ ਸਾਰਾ ਕੁਝ ਹੀ ਦੇਤਾ। ਸਰੀਰ ਗੁਰੂ ਦਾ ਹੈ, ਪਦਾਰਥ ਗੁਰੂ ਦੇ, ਉਹਨਾਂ ਨਾਲ ਹੋਈਆਂ ਗੱਲਾਂ ਗੁਰੂ ਦੀਆਂ ਹੋ ਗਈਆਂ। ਘਰ 'ਚ ਘਾਟਾ ਪਊ ਤੇ ਸਾਨੂੰ ਥੋੜਾ ਪਊ, ਉਹ ਗੁਰੂ ਦਾ ਘਰ ਹੈ, ਉਹਨੂੰ ਪਊਗਾ। ਸਾਡੇ ਸਰੀਰ ਨੂੰ ਦੁੱਖ ਆਇਆ ਤੇ ਸਾਨੂੰ ਕਾਹਦੀ ਚਿੰਤਾ, ਉਹ ਤੇ ਗੁਰੂ ਨੂੰ ਚਿੰਤਾ ਜਿਹਨੇ ਸਰੀਰ ਰੱਖ ਲਿਆ। ਮਹਾਰਾਜ ਕਹਿੰਦੇ ਸੋਚ ਕੇ ਦੱਸੋ ਹੁਣ ਕੀ ਮਨ 'ਚ ਖਿਆਲ ਆਇਆ। ਖਿਆਲ ਪੁੱਛਿਆ ਮਹਾਰਾਜ ਨੇ ਹੁਣ ਵੀ ਤੁਹਾਡਾ ਹਿਰਦਾ ਹੁਣ ਕੀ ਸੋਚਦਾ ਏ। ਆਪਸ ਕਲਪ ਉਠਾਵਾ ਦੋ, ਜੋ ਸੰਸੈ ਹੋਏ ਭਾਖੈ ਸੋ। ਕਹਿੰਦੇ ਉਸ ਵੇਲੇ ਉਹਨਾਂ ਨੇ ਇੱਕ ਸੰਕਲਪ ਕੀਤਾ। ਸ਼ੰਕੇ ਦੇ ਅਰਥਾਈ ਗੁਰੂ ਸਾਹਿਬ ਦੇ ਸਾਹਮਣੇ ਕਹਿੰਦੇ ਮਹਾਰਾਜ ਮਨ 'ਚ ਇੱਕ ਖਿਆਲ ਜਾ ਹੁੰਦਾ ਹੈ, ਖਿਆਲ ਆ ਰਿਹਾ ਬਾਰ-ਬਾਰ। ਉਹ ਸ਼ੰਕਾ ਗੁਰੂ ਤੇ ਨਹੀਂ ਹੈ, ਆਪਣੇ ਪ੍ਰਤੀ ਹੈ, ਸਿੱਖਣ ਲਈ ਕਰ ਰਹੇ ਸੀ। ਸਤਿਗੁਰ ਕਹਿੰਦੇ ਜੋ ਹੁਣ ਪੁਰਨਾ ਅੰਦਰ ਬਣਿਆ, ਜੋ ਖਿਆਲ ਆਇਆ ਸਾਨੂੰ ਉਹ ਦੱਸ ਦਿਓ। ਗੁਰੂ ਭਨੇ ਸੰਕਲਪੈ ਜੋ, ਮਨ ਕੋ ਧਰਮ ਜਾਣੀਏ ਸੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰੁਕ ਜਾਓ, ਉੱਥੇ ਹੀ ਰੁਕ ਲਿਆ। ਸਤਿਗੁਰ ਕਹਿੰਦੇ ਸੰਕਲਪ ਕਿਹਨੇ ਕੀਤਾ ਹੈ? ਝੰਡਾ ਕਹਿੰਦਾ ਤੇ ਮੇਰੇ ਮਨ ਨੇ। ਇੰਦਰ ਸਾਹਿਬ ਨੂੰ ਪੁੱਛਿਆ ਕਹਿੰਦੇ ਤੇਰੇ ਹਿਰਦੇ 'ਚ ਕੀ ਆਇਆ? ਕਹਿੰਦੇ ਮਹਾਰਾਜ ਮੇਰਾ ਮਨ ਵੀ ਕਹਿੰਦਾ। ਸਤਿਗੁਰ ਕਹਿੰਦੇ ਮਨ ਤੇ ਸਾਨੂੰ ਦਿੱਤਾ, ਤੁਹਾਡੇ ਕੋਲ ਕੀ ਹੱਕ ਹੈ ਸੰਕਲਪ ਕਰੀਏ? ਆਖੋ ਸਤਿਨਾਮ ਹੱਕ ਹੈ। ਜਿਹੜੀ ਵਸਤੂ ਗੁਰੂ ਦੀ ਹੋ ਗਈ, ਮਨ ਗੁਰੂ ਨੂੰ ਭੇਟਾ ਕਰਦਾ ਤੇ ਫਿਰ ਮੇਰਾ ਮਨ ਕੀ ਹੈ? ਮੈਂ ਕਹਾਂ ਮੇਰੀ ਮਰਜ਼ੀ, ਉਹ ਤੇ ਗੁਰੂ ਦੀ ਮਰਜ਼ੀ। ਸਤਿਗੁਰ ਕਹਿੰਦੇ ਤੁਸੀਂ ਕੌਣ ਹੋ? ਅੰਦਰੋਂ ਸੰਕਲਪ ਕਰਨ ਵਾਲੇ। ਮਨ ਤੋ ਹਮੇ ਸਮਰਪਣ ਕੀਨੋ, ਨਿਜ ਕਾਰਜ ਹਿਤ ਕਿਉ ਪੁਨ ਲੀਨੋ। ਜਦੋਂ ਮਨ ਤੁਸੀਂ ਸਾਨੂੰ ਭੇਟਾ ਕਰਤਾ, ਮਨ ਗੁਰੂ ਨੂੰ ਦੇਤਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ। ਇਹ ਤੇ ਮੰਨਣਾ ਹੁਕਮ ਗੁਰੂ ਦਾ ਪੈਣਾ, ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਧਨ ਵੀ ਗੁਰੂ ਦਾ। ਸਤਿਗੁਰ ਕਹਿੰਦੇ ਮਨ ਸਾਡਾ ਹੋ ਗਿਆ, ਤੁਹਾਡੇ ਬਾਰੇ ਕਿਉਂ ਸੋਚਦੇ? ਮਨ ਤੇ ਸਾਡਾ ਨਾ, ਝੰਡੇ ਦਾ ਮਨ ਗੁਰੂ ਦਾ, ਇੰਦਰ ਸੈਨ ਦਾ ਮਨ ਗੁਰੂ ਦਾ, ਤੇ ਤੁਸੀਂ ਕੌਣ ਹੋ ਸੰਕਲਪ ਕਰਨ ਵਾਲੇ, ਖਿਆਲ ਕਰਨ ਵਾਲੇ, ਸੋਚਣ ਵਾਲੇ? ਸੋਚਣ ਵਾਲੀ ਤੇ ਚੀਜ਼ ਤੁਹਾਡੀ ਰਹੀ ਨਹੀਂ, ਤੁਹਾਡਾ ਅਧਿਕਾਰ ਹੀ ਨਹੀਂ ਉਹਦੇ ਤੇ, ਤੁਹਾਡਾ ਹੱਕ ਕੋਈ ਨਹੀਂ। ਗੁਰੂ ਕੋ ਭੇਟ ਦੇਵਤ ਸੋ ਜਨ, ਪੁੰਨ ਤੇ ਸੰਗ ਨ ਕਛੂ ਪ੍ਰੋਜਨ। ਸਤਿਗੁਰ ਕਹਿੰਦੇ ਜਿਹੜੀ ਵਸਤੂ ਭੇਟਾ ਕੀਤੀ ਹੁੰਦੀ ਹੈ, ਸੌਂਪੀ ਹੁੰਦੀ ਹੈ ਭਾਈ, ਉਹਦੇ ਤੇ ਹੱਕ ਨਹੀਂ ਹੁੰਦਾ। ਕਿਹੜੇ ਹੱਕ ਦੇ ਨਾਲ ਤੁਸੀਂ ਖਿਆਲ ਕਰ ਰਹੇ ਹੋ? ਕਿਹੜੇ ਹੱਕ ਦੇ ਨਾਲ ਤੁਸੀਂ ਸੋਚ ਰਹੇ ਹੋ, ਸੰਕਲਪ ਕਰ ਰਹੇ ਹੋ? ਇਹ ਤੇ ਤੁਹਾਡਾ ਹੈ ਹੀ ਨਹੀਂ, ਮਨ ਤੇ ਗੁਰੂ ਦਾ ਹੈ। ਹੈਰਾਨ ਹੋ ਗਏ ਵੀ ਇਹ ਤੇ ਸੋਚਿਆ ਹੀ ਨਹੀਂ ਸੀ। ਮਨ ਦੇਤਾ ਗੁਰੂ ਨੂੰ, ਤਨ ਦੇਤਾ ਗੁਰੂ ਨੂੰ, ਹਉਮੈ ਕਬਜ਼ਾ ਕਰਕੇ ਅਜੇ ਵੀ ਕਹਿੰਦੀ ਮੈਂ ਨਹੀਂ ਸੋਚਿਆ, ਮੈਂ ਗੁਰੂ ਵਾਲਾ ਵੀ ਬਣ ਗਿਆ। ਕਹਿੰਦਾ ਗੁਰੂ ਮੇਰਾ, ਮੈਂ ਗੁਰੂ ਦਾ। ਹੱਥ ਲਾ ਕੇ ਜੇ ਬਿਠਾਏ ਕੋਈ ਸਾਡੇ ਸਰੀਰ ਗਲ ਪੈ ਜਾਈਦਾ, ਓਏ ਤੂੰ ਕੌਣ ਉਹਨਾਂ ਝੂਠੇ ਹੱਥ ਲਾਉਣ ਵਾਲਾ? ਮੈਨੂੰ ਮੇਰਾ ਸਰੀਰ ਹੈ। ਜੇ ਗੁਰੂ ਦਾ ਹੁੰਦਾ ਫਿਰ ਕੀ ਚੱਕਰ ਸੀ? ਫਿਰ ਕੋਈ ਮਾਰ ਨਹੀਂ ਸੀ ਹੋਣਾ। ਫਿਰ ਕਹਿਣਾ ਸੀ ਕੋਈ ਮਿੱਟੀ ਵਿੱਚ ਵੀ ਦੱਬ ਦਿਓ, ਪਾਣੀ ਵੀ ਸੁੱਟ ਦਿਓ, ਉੱਤੇ ਕੱਪੜੇ ਮੈਲੇ ਵੀ ਕਰ ਦਿਓ, ਮੈਨੂੰ ਕੋਈ ਰੌਲਾ ਨਹੀਂ। ਪਰ ਜਦੋਂ ਤੱਕ ਮੇਰੀ ਹਉਮੈ ਮੇਰੇ ਸਰੀਰ ਨਾਲ ਜੁੜੀ, ਮੈਂ ਕਹਿੰਦਾ ਤੂੰ ਮੈਨੂੰ ਹੱਥ ਲਾਉਣ ਵਾਲਾ ਕੌਣ ਹੈ? ਕੀ ਸਮਝਾ ਰਹੇ ਸੀ? ਕਹਿੰਦੇ ਮਨ ਸਾਡਾ ਹੋ ਗਿਆ, ਤਨ ਸਾਡਾ ਹੋ ਗਿਆ, ਅਸੀਂ ਇਸ ਤਨ ਨੂੰ ਵੱਢੀਏ, ਟੁੱਕੀਏ, ਇਹਨੂੰ ਖੁਸ਼ਬੂ ਲਾਈਏ,
ਇਸ ਮਨ ਕਰਕੇ ਅਸੀਂ ਨਾਮ ਜਪਾਈਏ, ਇਸ ਮਨ ਕਰਕੇ ਅਸੀਂ ਸਿਮਰਨ ਕਰੀਏ। ਤੁਸੀਂ ਕੌਣ ਹੋ ਇਸ ਮਨ ਤੋਂ ਫੈਸਲੇ ਲੈਣ ਵਾਲੇ? ਨੈਸ ਕਲਪ ਉਠਾਵੋ ਕੋ, ਨਿਸ਼ਚੇ ਕਰਨ ਲੱਗੇ ਪੁਨ ਦੋ। ਉਹਨਾਂ ਨੇ ਸੁਣਿਆ, ਸੁਣ ਕੇ ਸੋਚਣ ਲੱਗ ਗਏ, ਕਹਿੰਦੇ ਗੁਰੂ ਸਾਹਿਬ ਦੀ ਗੱਲ ਤੇ ਆ ਵੀ ਠੀਕ ਹੈ। ਜਦੋਂ ਆਪਾਂ ਆਪਣਾ ਮਨ ਗੁਰੂ ਨਾਨਕ ਸਾਹਿਬ ਨੂੰ ਭੇਟਾ ਕਰਤਾ ਤੇ ਫਿਰ ਮਨ ਸਾਡਾ ਸਾਡੀ ਮਰਜ਼ੀ ਕਿਉਂ ਕਰੇ? ਇਹਦੇ ਤੇ ਹੱਕ ਹੀ ਨਹੀਂ ਇਹਦੇ ਕੋਲ ਕੋਈ, ਨਾ ਸੋਚਣ ਦਾ ਹੱਕ, ਨਾ ਇਹਨੂੰ ਵਿਚਾਰਨ ਦਾ ਹੱਕ, ਨਾ ਕੁਝ ਖੋਹਣ ਦਾ ਹੱਕ, ਨਾ ਕੁਝ ਦੇਣ ਦਾ ਹੱਕ। ਇਹ ਤੇ ਗੁਰੂ ਦਾ ਮਨ ਹੈ, ਗੁਰੂ ਨੂੰ ਸੌਂਪਿਆ ਹੋਇਆ ਏ। ਜੈ ਤੂੰ ਸਤ ਬਚਨ ਸੁਖ ਕਰ ਕੋ, ਮਨ ਹਮ ਕੀਨ ਸਮਰਪਨ ਗੁਰ ਕੋ। ਮਾਫੀ ਮੰਗ ਕੇ ਆਖਣ ਲੱਗੇ, ਕਹਿੰਦੇ ਪ੍ਰਭੂ ਜੀ ਸਤ ਬਚਨ, ਸਾਡੇ ਮਨ ਕੋਲ ਤੇ ਹੱਕ ਹੀ ਨਹੀਂ ਅਸੀਂ ਸੰਕਲਪ ਕਰਕੇ ਕੁਝ ਪੁੱਛੀਏ ਤੇ ਕੋਈ ਸਵਾਲ ਕਰੀਏ। ਜੋ ਚੀਜ਼ ਸਾਡੀ ਹੈ ਹੀ ਨਹੀਂ, ਅਸੀਂ ਉਹਦੇ ਬਾਰੇ ਕੀ ਪੁੱਛ ਸਕਦੇ ਹਾਂ? ਹੱਕ ਹੈ ਸਾਨੂੰ ਪੁੱਛਣ ਦਾ? ਨਹੀਂ, ਬਿਲਕੁਲ ਨਹੀਂ। ਕਾਨੂੰਨ ਵੀ ਕਹਿੰਦਾ ਏ, ਧਰਮ ਵੀ ਕਹਿੰਦਾ ਏ, ਗੱਡੀ ਕਿਸੇ ਦੀ ਹੈ, ਤੁਸੀਂ ਧੱਕੇ ਨਾਲ ਚਾਬੀ ਲੈ ਕੇ ਬੈਠੇ ਹੋ, ਪੁੱਛੀ ਜਾਂਦੇ ਹੋ ਇੱਥੋਂ ਕਿੱਦਾਂ ਸਟਾਰਟ ਹੋਊ, ਕਿਹੜਾ ਗੇਅਰ ਪਊ, ਮੈਂ ਗੇੜਾ ਲੈ ਆਵਾਂ। ਤੇਰੇ ਕੋਲ ਕੀ ਹੱਕ ਹੈ? ਤੂੰ ਮਾਲਕ ਹੀ ਨਹੀਂ ਹੈ। ਤੈਨੂੰ ਕੋਈ ਪਿਆਰ ਨਾਲ ਆ ਕੇ ਚਲਾ ਕੇ ਵੇਖ, ਅਲੱਗ ਗੱਲ ਹੈ। ਬੇਗਾਨੀ ਚੀਜ਼ ਬੇਗਾਨੀ ਹੈ, ਆਪਣੀ ਨਹੀਂ ਹੈ। ਇਹ ਮਨ ਗੁਰੂ ਦਾ ਏ, ਤਨ ਗੁਰੂ ਦਾ ਏ, ਤੇ ਸਾਡੇ ਅੰਦਰ ਸੰਕਲਪ ਆ ਗਿਆ ਵੀ ਅਸੀਂ ਗੁਰੂ ਨੂੰ ਪੁੱਛ ਲਈਏ। ਇਹਦਾ ਮਤਲਬ ਮਨ ਅਜੇ ਵੀ ਕਹਿੰਦਾ ਮੈਂ ਅਲੱਗ ਹਾਂ, ਗੁਰੂ ਅਲੱਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਅਵਸਥਾ ਨੂੰ ਫੜ ਕੇ ਇਸ ਥਾਂ ਤੇ ਲੈ ਆਏ। ਲਖ ਤਿਨ ਔਰ ਕੀ ਪੰਕਜ ਨੈਨਾ, ਸ਼੍ਰੀ ਮੁਖ ਤੇ ਇਵ ਉਚਰੇ ਬੈਨਾ। ਤੀਜੀ ਸਟੇਜ ਤੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਉਹਨਾਂ ਦੇ ਅੰਦਰ ਦੀ ਜਾਣ ਕੇ ਵੀ ਇਹ ਪਹੁੰਚ ਵੀ ਗਏ ਬਹੁਤ ਗਹਿਰੇ, ਪਰ ਅਜੇ ਡਾਵਾਂਡੋਲ ਨੇ। ਹਰ ਇੱਕ ਨੂੰ ਸਤਿਗੁਰਾਂ ਨੇ ਅਲੱਗ ਤਰੀਕੇ ਨਾਲ ਗਿਆਨ ਬਖਸ਼ਿਆ, ਸਾਰਾ ਕੁਝ ਇਕੱਠਾ ਥੋੜੀ ਹੈ। ਰਾਜੇ ਸ਼ਿਵਨਾਥ ਨੂੰ ਗਿਆਨ ਦਿੱਤਾ, ਤੁਸੀਂ ਸੁਣਿਆ, ਹੋਰ ਤਰੀਕੇ ਨਾਲ। ਭਾਈ ਲਾਲੋ ਨੂੰ ਬਖਸ਼ਿਆ ਹੋਰ ਤਰੀਕੇ ਨਾਲ। ਤਰੀਕੇ ਸਭ ਲਈ ਅਲੱਗ-ਅਲੱਗ ਸੀ, ਪਰ ਜੋੜਿਆ ਇੱਕ ਨਾਲ ਹੀ। ਗੁਰੂ ਬਾਬਾ ਜੀ ਫਿਰ ਉਹਨਾਂ ਨੂੰ ਤੀਜਾ ਬਚਨ ਬੜੇ ਅਦਬ ਨਾਲ ਆਖਦੇ ਹਨ। ਅਬ ਤੁਮ ਨਿਸ਼ਚੈ ਧਾਰਤ ਜੋ, ਜੈ ਤੋ ਧਰਮ ਬੁੱਧ ਕੋ ਹੋ। ਸਤਿਗੁਰਾਂ ਨੇ ਉਹਨਾਂ ਦੀ ਗੱਲ ਫੜ ਕੇ ਫੇਰ ਕਹਿਤਾ, ਕਹਿੰਦੇ ਤੁਸੀਂ ਕਿਹਾ ਮਹਾਰਾਜ ਮਾਫ ਕਰਿਓ ਸਾਨੂੰ ਵੀ ਇਹ ਮਨ ਸਾਡਾ ਨਹੀਂ। ਕਿਸੇ ਨੇ ਤੇ ਨਿਸ਼ਚਾ ਕੀਤਾ ਨਾ ਵੀ ਮਨ ਮੇਰਾ ਨਹੀਂ। ਉਹ ਕੌਣ ਹੈ? ਉਹ ਹੈ ਬੁੱਧ, ਅਕਲ। ਬੁੱਧ ਇੱਕ ਵੱਖ ਚੀਜ਼ ਹੈ, ਮਨ ਫੈਸਲੇ ਨਹੀਂ ਲੈਂਦਾ। ਮਤ ਕੋਈ ਆਖੇ ਜੀ ਮੇਰੇ ਮਨ ਦੀ ਮਰਜ਼ੀ ਹੈ, ਮਨ ਦਾ ਕਰਮ ਸਿਰਫ ਚੰਗਿਆੜੀ ਲਾਉਣਾ ਹੈ, ਸੌਖਾ ਸਮਝਣ ਲਈ। ਮਨ ਕੀ ਹੈ? ਆਪਾਂ ਕਿਚਨ 'ਚ ਸਾਰੇ ਕੰਮ ਕਰਦੇ ਹਾਂ, ਆਪਣੇ ਘਰਾਂ 'ਚ ਰਸੋਈਆਂ ਨੇ, ਆਪਣੇ ਕੋਲ ਮਾਚਿਸ ਦੀ ਤੀਲੀ ਹੈ, ਲਾਈਟਰ, ਸਭ ਨੂੰ ਚਲਾਉਣਾ ਆਉਂਦਾ ਹੈ। ਉਹਦਾ ਕੰਮ ਕੀ ਹੈ? ਕਦੇ ਕਿਸੇ ਨੇ ਉਸ ਲਾਈਟਰ ਤੇ ਚਾਹ ਬਣਾਈ ਹੈ? ਸੌਖਾ ਕਰਦੇ ਹਾਂ ਸਮਝ ਨਹੀਂ ਨਾ। ਉਹਦਾ ਕੰਮ ਕੀ ਸੀ? ਲਾਈਟਰ ਦਾ ਕੰਮ ਸੀ ਸਿਰਫ ਫਾਇਰ ਦੀ ਚੰਗਿਆੜੀ ਹੈ, ਬਾਕੀ ਕੰਮ ਗੈਸ ਦਾ ਸੀ, ਚੁੱਲ੍ਹੇ ਦਾ ਸੀ। ਉਹਨੇ ਇੱਕ ਅੱਗ ਲਾਈ ਛੋਟੀ ਜਿਹੀ, ਬੰਦ ਹੋ ਗਿਆ, ਇੰਨਾ ਕੀ ਕੰਮ ਸੀ। ਹੁਣ ਉਹ ਜਿਹੜਾ ਲਾਈਟਰ ਹੈ ਉਹ ਸਾਡਾ ਮਨ ਹੈ, ਇਹਨੇ ਸਿਰਫ ਚੰਗਿਆੜੀ ਲਾਉਣੀ ਹੈ, ਬਸ ਸੰਕਲਪ ਦੇਤਾ ਜਾਈਏ ਨਾ ਉਹਦੇ ਤੇ ਐਨਾਲਾਈਜ਼ ਕਰਦੀ ਸਾਡੀ ਬਹੁਤ ਸਾਡੀ ਅਕਲ। ਜੇ ਜਾਊਂਗਾ ਇੰਨਾ ਖਰਚਾ ਹੋਊਗਾ, ਇਹਨੂੰ ਲੈ ਕੇ ਨਹੀਂ ਜਾਣਾ, ਆ ਕਰਾਂਗੇ, ਉਹਨੂੰ ਮਿਲਾਂਗੇ, ਆ ਲੈ ਕੇ ਆਵਾਂਗੇ। ਇਹ ਮਨ ਥੋੜੀ ਕਰਦਾ ਹੈ। ਮਨ ਨੇ ਤੇ ਕਫੁਰਨਾ ਦਿੱਤਾ ਏ, ਉਹ ਥਾਂ ਤੇ ਜਾਣਾ, ਹਾਂ ਜਾਣਾ, ਇਹਨਾਂ ਕਹਿ ਕੇ ਹਟ ਗਿਆ ਪਿੱਛੇ। ਕਈ ਵਾਰ ਆਪਾਂ ਦੁਬਿਧਾ ਚ ਹੁੰਦੇ ਹਾਂ ਨਾ, ਮੈਂ ਜਾ ਕੇ ਆਵਾਂ ਜਾਂ ਨਾ ਜਾ ਕੇ। ਨਾ ਉੱਥੇ ਅਕਲ ਡਿਸਾਈਡ ਕਰਦੀ, ਨਾ ਉੱਥੇ ਮਨ ਕਰਦਾ। ਮਨ ਪੰਗੇ ਜਿਹੇ ਲਈ ਜਾਂਦਾ ਵਿੱਚ ਆ ਕੇ, ਕਹਿੰਦਾ ਚੱਲ ਜਾ ਆਨੇ ਆ, ਫਿਰ ਕਹਿੰਦਾ ਨਹੀਂ ਨਹੀਂ ਰਹਿਣ ਦੇ। ਬੁੱਧ ਦੁਬਿਧਾ ਚ ਪੈ ਗਈ। ਸਤਿਗੁਰ ਕਹਿੰਦੇ ਜਦੋਂ ਮਨ ਸਾਨੂੰ ਭੇਟਾ ਕਰਤਾ, ਤੁਸੀਂ ਨਿਸ਼ਚਾ ਕਰ ਰਹੇ ਹੋ, ਨਿਸ਼ਚਾ ਮਤਲਬ ਫੈਸਲਾ, ਉਹ ਤੁਹਾਡੀ ਅਕਲ ਦਾ ਹੈ, ਤੁਹਾਡੀ ਬੁੱਧ ਦਾ ਹੈ, ਉਹ ਵੀ ਤੇ ਤੁਸੀਂ ਭੇਟਾ ਕੀਤੀ ਹੋਈ ਹੈ। ਹੋ ਦੀਨੀ ਗੁਰ ਦਰਸ਼ਨ ਮਾਹੀ, ਅਬ ਤੁਮ ਧਰਮ ਗਹੋ ਤੇ ਕਾਹੀ। ਸਤਿਗੁਰ ਕਹਿੰਦੇ ਕਾਹਦੇ ਧਰਮੀ ਹੋ ਤੁਸੀਂ? ਮਨ ਸਾਨੂੰ ਦੇਤਾ, ਬੁੱਧ ਸਾਨੂੰ ਦੇਤੀ। ਬੁੱਧ ਕਦੋਂ ਦੇਤੀ? ਜਿਹੜਾ ਅੰਤःਕਰਨ ਸੌਂਪਿਆ ਸੀ, ਚੰਤੁਸਤ ਅੰਤःਕਰਨ, ਮਨ, ਚਿੱਤ, ਬੁੱਧ, ਅਹੰਕਾਰ। ਸਤਿਗੁਰ ਕਹਿੰਦੇ ਤੁਹਾਡਾ ਮਨ ਫੁਰਨਾ ਕਰਦਾ ਏ, ਉਹ ਵੀ ਸਾਡਾ ਸੀ, ਤੁਹਾਡਾ ਹੱਕ ਨਹੀਂ ਹੁੰਦੀ। ਹੁਣ ਤੁਹਾਡੀ ਬੁੱਧ ਹੈ ਨਾ ਜਿਹੜੀ ਬੁੱਧੀ, ਉਹ ਨਿਸ਼ਚੈ ਕਰਦੀ ਹੈ ਵੀ ਮਨ ਤੇ ਅਸੀਂ ਗੁਰੂ ਸਾਹਿਬ ਨੂੰ ਭੇਟਾ ਕਰਤਾ। ਮਰਦ ਕਹਿੰਦੇ ਇਹ ਕੌਣ ਹੁੰਦੀ ਹੈ ਬਈ?
क्योंकि सानू भेटा कीती होई है तुसीं। तुहाडी अकल साडी है, तुहाडी मत साडी है, तुहाडी बुद्ध साडी है। बुद्ध विच हुंदा ज्ञान, सतगुर कहंदे ਉਹ ਤੇ गुरु ਦੀ हो गई। तुहाडा की अधिकार है। ਸੋਹਣੇ ਵਧਾਉਨੋ ਚਿਤਵਨ ਲਾਗੇ, ਜਿਨ ਕੇ ਵੱਡੇ ਭਾਗ ਜਗ ਜਾਗੇ। ਜਿਨ੍ਹਾਂ ਦੇ ਭਾਗ ਜਾਗੇ ਦੋਨਾਂ ਗੁਰਮੁਖਾਂ ਦੇ ਸਤਿਗੁਰਾਂ ਦੇ ਬਚਨ ਸੁਣ ਕੇ ਬੜਾ ਆਨੰਦ ਆਇਆ। ਕਹਿੰਦੇ ਫਿਰ ਨਾ ਚਿਤ ਬਣ ਲੱਗ ਗਏ, ਸੋਚਣ ਲੱਗ ਗਏ। ਬੁੱਧ ਨੇ ਤਾਂ ਫੈਸਲਾ ਕੀਤਾ ਸੀ ਨਾ ਵੀ ਹਾਂ ਮਨ ਗੁਰੂ ਨੂੰ ਦੇਣਾ, ਠੀਕ ਸੌਖਾ ਸਮਝਣ ਲਈ। ਤੁਸੀਂ ਮੈਥੋਂ ਕੋਈ ਚੀਜ਼ ਲਈ, ਮੈਂ ਤੁਹਾਡੇ ਤੋਂ ਲਈ, ਉਹ ਸਾਡੀ ਬੁੱਧ ਨੇ ਕਰ ਲਿਆ। ਕਹਿੰਦੇ ਚਲੋ ਅੱਜ ਤੋਂ ਤੁਹਾਡੀ ਹੈ ਜੀ, ਅਸੀਂ ਨਹੀਂ ਕੁਛ ਬੋਲਦੇ। ਅਕਲ ਦਾ ਫੈਸਲਾ, ਮਨ ਨੇ ਤੇ ਚੰਗਿਆਰੀ ਲਾਈ ਸੀ, ਵੇਖ ਲਾ ਜੇ ਮਿਲਦੀ ਹੈ। ਬੁੱਧ ਕਹਿੰਦੀ ਨਹੀਂ ਨਹੀਂ, ਇਸ ਚੀਜ਼ ਨੂੰ ਲਵਾਂਗੇ ਤੇ ਘਾਟਾ ਪੈ ਜਾਊਗਾ। ਸਤਿਗੁਰ ਕਹਿੰਦੇ ਹੁਣ ਕੀ ਹੈ? ਕਹਿੰਦੇ ਅਸੀਂ ਚਿੱਤ ਬਣ ਰਹੇ ਹਾਂ, ਅਸੀਂ ਸੋਚ ਰਹੇ ਹਾਂ ਵੀ ਅਸੀਂ ਨਿਸ਼ਚਾ ਨਹੀਂ ਕਰਨਾ, ਫੈਸਲਾ ਨਹੀਂ ਕਰਨਾ, ਕਿਉਂਕਿ ਬੁੱਧ ਸਾਡੀ ਨਹੀਂ। ਹੁਣ ਗੁਰ ਕਹੇ ਜੋ ਚਿਤਵਨ ਧਾਰੇ, ਜਹੀ ਧਰਮ ਹੈ ਚਿਤ ਮਜਾਰੇ। ਸਤਿਗੁਰ ਕਹਿੰਦੇ ਅਜੇ ਵੀ ਗਲਤ ਹੋ ਤੁਸੀਂ। ਤੁਹਾਡਾ ਚਿੱਤ ਗੁਰੂ ਦਾ ਹੈ, ਤੁਸੀਂ ਚਿਤਰਨ ਵਾਲੇ, ਸੋਚਣ ਵਾਲੇ ਕੌਣ ਹੁੰਦੇ ਹੋ? ਆਖੋ ਸਤਿਨਾਮ। ਇਹ ਵੀ ਗੁਰੂ ਦਾ ਹੈ। ਮਨ ਚਿੱਤ ਬੁੱਧ ਗੁਰੂ ਨੂੰ ਸੌਂਪ ਦਿੱਤੀ ਹੈ। ਪਹਿਲਾਂ ਸੋਚਦੇ ਸੀ ਨਾ, ਬੁੱਧ ਨੇ ਫੈਸਲਾ ਲੈ ਲਿਆ ਵੀ ਚਲੋ ਮਨ ਗੁਰੂ ਨੂੰ ਦੇ ਦਿੰਦੇ, ਆਪਣਾ ਨਹੀਂ ਬਦਲ ਕੇ ਨਹੀਂ। ਪਹਿਲਾਂ ਮਨ ਨੇ ਫੈਸਲਾ ਲਿਆ ਸੀ ਮੈਂ ਸਰੀਰ ਦੇ ਦਿਆਂ। ਸਤਿਗੁਰ ਕਹਿੰਦੇ ਭਾਈ ਚੇਤਾ ਕਰਨਾ, ਚਿੱਤ ਵਿੱਚ ਰੱਖਣਾ, ਇਹ ਤੇ ਤੁਹਾਡਾ ਹੱਕ ਨਹੀਂ, ਇਹ ਤੇ ਚਿੱਤ ਚੇਤਾ ਗੁਰੂ ਦਾ ਏ। ਹੁਣ ਤੇ ਹੱਥ ਜੁੜੇ ਦੇ ਜੁੜੇ ਰਹਿ ਗਏ ਵੀ ਦੇਣ ਨੂੰ ਬਚੇ ਕੁਛ ਨਹੀਂ। ਆਖੋ ਸਤਿਨਾਮ। ਕਿੰਨੇ ਪਿਆਰ ਨਾਲ, ਕਿੰਨੇ ਗਹਿਰੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਮਾਂ ਸਮਾਪਤ ਹੈ, ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਦੇ ਰਹਿਣਗੇ। ਇਹ ਪ੍ਰਸੰਗ ਬੜੇ ਲੰਬੇਰੇ ਨੇ, ਜਿਨ੍ਹਾਂ ਵਿੱਚ ਗੁਰੂ ਸਾਹਿਬ ਨੇ ਬੜੀਆਂ ਲੰਬੀਆਂ ਸਾਂਝਾਂ ਪਾਈਆਂ ਨੇ ਸਿੱਧਾਂ ਦੇ ਵਾਰ। ਕੱਲ ਦੇ ਦੀਵਾਨਾਂ 'ਚ ਸਰਵਣ ਕਰਕੇ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।